Jamsiki. Sarean Jamsiki, tada sarean da welcome ya Zabur zone de vich, Psalms in Punjabi de vich. Assi focus kar rahe hain Daud de Zaburan te. Ta aj da Zabur हैगा या Zabur 34, Zabur 34. ਜਿੱਤੇ ਅਸੀਂ ਅੱਜ ਗੌਰ ਕਰਾਂਗੇ ਤੇ ਅਸੀਂ ਉਹਦੇ ਵਿੱਚੋਂ ਸਿੱਖਾਂਗੇ ਪਾਸਟਰ ਡਾਕਟਰ ਐਰਿਕ ਸਰਵਰ ਦੇ ਨਾਲ ਤੇ ਮੈਂ ਰਿਕੁਐਸਟ ਕਰੂੰਗੀ ਜੋਸ਼ਵਾ ਜੀ ਨੂੰ ਕਿ ਉਹ ਸਾਨੂੰ ਪ੍ਰੇਅਰ ਦੇ ਵਿੱਚ ਲੀਡ ਕਰਨ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਸਿਰਾਂ ਨੂੰ ਝੁਕਾਈਏ ਤੇ ਖੁਦਾ ਤੋਂ ਦੁਆ ਕਰੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਤੇਰੀ ਦਿੱਤੀ ਜ਼ਿੰਦਗੀ ਦੇ ਲਈ, ਤੂੰ ਸਾਨੂੰ ਅੱਜ ਤੱਕ ਜ਼ਿੰਦਾ ਜ਼ਮੀਨ ਤੇ ਰੱਖਿਆ। ਤੇਰੀਆਂ ਨਿਯਮਤਾਂ ਬਰਕਤਾਂ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ। ਖਾਸ ਤੌਰ ਤੇ ਇਸ ਮੌਕੇ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦ ਜੋ ਸਾਡੀ ਜ਼ਿੰਦਗੀ ਸਾਨੂੰ ਦਿੱਤਾ। ਅੱਜ ਜੋ ਕੁਛ ਵੀ ਅਸੀਂ ਜ਼ਬੂਰ 34 ਦੇ ਵਿੱਚੋਂ ਤੇਰੇ ਖਾਦਮ ਦੇ ਜ਼ਰੀਏ ਸੁਣਦੇ ਹਾਂ ਖੁਦਾਵੰਦ ਉਸ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਚੱਲਣ ਵਾਲੇ ਹੋਈਏ। ਤਮਾਮ ਸੁਣਨ ਵਾਲਿਆਂ ਦੇ ਲਈ ਦੁਆ ਕਰਦੇ ਹਾਂ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ, ਉਹਨਾਂ ਨੂੰ ਵੀ ਆਸ਼ੀਸ਼ ਤੇ ਬਰਕਤ ਦੇ। ਸਭ ਕੁਛ ਮੰਗਦੇ ਤੇਰੇ ਬੇਟੇ ਆਪਣੇ ਨਜਾਤ ਦੇਣ ਦਾ ਯਿਸੂ ਨਾਸਰੀ ਦੇ ਨਾਂ 'ਚ ਸੁਣ ਤੇ ਕਬੂਲ ਕਰ, ਆਮੀਨ। ਥੈਂਕ ਯੂ ਜੋਸ਼ਵਾ ਜੀ ਸਾਨੂੰ ਪ੍ਰੇਅਰ ਦੇ ਵਿੱਚ ਲੀਡ ਕਰਨ ਦੇ ਲਈ। ਤੇ ਹੁਣ ਮੈਂ ਰਿਕੁਐਸਟ ਕਰੂੰਗੀ ਕਾਸ਼ਿਫ ਜੀ ਨੂੰ ਜੋ ਸਾਡੇ ਨਾਲ ਇੰਗਲੈਂਡ ਤੋਂ ਜੁੜੇ ਨੇ ਕਿ ਉਹ ਸਾਨੂੰ ਇਸ ਜ਼ਬੂਰ ਦੀ ਓਰੀਜਨਲ ਕੰਪੋਜੀਸ਼ਨ ਸੁਣਾਣ। ਜੈ ਮਸੀਹ ਦੀ ਸਾਰਿਆਂ ਨੂੰ। ਜੈ ਮਸੀਹ ਦੀ। ਜ਼ਬੂਰ 34 ਇਹਦੇ ਗੀਤ ਜਿਹੜੇ ਕਿ 1908 ਚ ਇਮਾਮ ਦੀਨ ਸ਼ਾਹਬਾਜ਼ ਸਾਹਿਬ ਨੇ ਲਿਖੇ ਸਨ, ਉਹਨਾਂ ਦਾ 4 ਹਿੱਸੇ ਨੇ ਤੇ ਉਹਦਾ ਪਹਿਲਾ ਹਿੱਸਾ ਜਿਹੜਾ ਹੈ ਉਹਦੇ ਅਸਥਾਈ ਅੰਤਰਾ ਮੈਂ ਗਾ ਕੇ ਸੁਣਾਵਾਂਗਾ। ਮੈਂ ਹਰ ਵੇਲੇ ਰੱਬ ਨੂੰ ਮੁਬਾਰਕ ਕਹਾਂਗਾ, मैं हर वेले रब नू मुबारक कहांगा, मैं हर वेले रब नू मुबारक कहांगा। मेरा मुसदा उस दी उस्तत करेगा, मेरा मुसदा उस दी उस्तत करेगा। मैं हर वेले रब नू मुबारक कहांगा, मैं हर वेले रब नू मुबारक कहांगा। मेरी जान दा मान है रब दे उत्ते, मेरी जान दा मान है रब दे उत्ते। गरीब लोके सुन के ते खुशियां करनगे, गरीब लोके सुन के ते खुशियां करनगे। मैं हर वेले रब नू मुबारक कहांगा। करो नाल मेरे खुदा दी वडियाई, करो नाल मेरे खुदा दी वडियाई। ते सब मिलके दियो उसदे नाम नू उचाई, ते सब मिलके दियो उसदे नाम नू उचाई। मैं हर वेले रब नू मुबारक कहांगा, मेरा मुसदा उसदी उस्तत करेगा। मैं हर वेले रब नू मुबारक कहांगा, आमीन आमीन आमीन। थैंक यू काशिफ जी, बहुत खूबसूरत ਕੰਪੋਜੀਸ਼ਨ ਸੁਣਾਉਣ ਵਾਸਤੇ। ਤੇ ਮੈਂ ਹੁਣ ਰਿਕੁਐਸਟ ਕਰੂੰਗੀ ਜੋਤੀ ਜੀ ਨੂੰ ਤੇ ਜੋਸ਼ਵਾ ਜੀ ਨੂੰ ਕਿ ਉਹ ਸਾਨੂੰ ਇਹ ਜ਼ਬੂਰ ਪੰਜਾਬੀ ਦੇ ਵਿੱਚ ਸਾਨੂੰ ਪੜ੍ਹ ਕੇ ਸੁਣਾਉਣ। ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਅੱਜ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਜ਼ਬੂਰ ਲੈ ਕੇ ਆਏ ਹਾਂ, ਜ਼ਬੂਰ 34। मैं इसका मेन टाइटल पढ़ांगी। पहलों ये महिमा का भजन है, दाऊद का भजन जो उसने अबीमलक के सामने झूठे पागलपन के रूप विच गाया सी। इस दे अबीमलक ने दाऊद नूं बाहर कढ दिता अते वो चलिया गया। मैं इसकी पहली आयत पढ़ांगी। मैं हमेशा प्रभु का धन्यवाद करांगा, मेरा मुंह सदा उसकी महिमा करेगा। आयत नंबर 2, मेरी जान यहोवा विच अपने आप नूं वडियावेगी, मस्कीन सुन के आनंद होंगे। आयत नंबर 3, मेरे नाल मिल के प्रभु दी उस्तत करो, असी सारे मिल के उसदे नाम नूं उच्चा करिए। आयत नंबर 4, मैं यहोवा नूं पालिया अते उसने मैनू उत्तर दिता अते मेरियां सबना भैजड़ां तों मैनू छुड़ाया। आयत नंबर 5, जिन्हां ने उसदे ध्यान कीता उन्हां दा चानन उन्हां नूं चानन प्राप्त कीता, वो कभी शर्मिंदा नहीं होंगे।
आयत नंबर 6 इस मस्कीन ने पुकारिया ते यहोवा ने सुनिया ਅਤੇ ਉਹਦੀਆਂ ਸਾਰੀਆਂ ਦੁੱਖਾਂ ਤੋਂ ਉਹਨੂੰ ਬਚਾਇਆ। आयत नंबर 7 उसदे स्वर्गदूत उसदे डरन वालियां दी रखवाली करनगे। आयत नंबर 8 चखो ते वेखो भई यहोवा भला है, धन है ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ। आयत नंबर 9 हे प्रभु दे भक्तो उस तो डरो, उस तो डरन वालियां ਨੂੰ ਕੋਈ ਘਾਟਾ ਨਹੀਂ ਹੋਵੇਗਾ। आयत नंबर 10 ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ, ਪਰ ਯਹੋਵਾ ਦੇ ਤਾਲਿਬਾਂ ਨੂੰ ਚੰਗੀ ਵਸਤ ਦੀ ਥੁੜ ਨਹੀਂ ਹੋਵੇਗੀ। आयत नंबर 11 हे ਬੱਚਿਓ ਮੇਰੇ ਕੋਲ ਆਵੋ ਤੇ ਸੁਣੋ, ਮੈਂ ਤੁਹਾਨੂੰ ਪ੍ਰਭੂ ਤੋਂ ਡਰਨਾ ਸਿਖਾਵਾਂਗਾ। ਆਇਤ ਨੰਬਰ 12 ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਲੋਚਦਾ ਹੈ ਅਤੇ ਬਹੁਤ ਦਿਨ ਚਾਹੁੰਦਾ ਹੈ ਤਾਂ ਕਿ ਭਲਾਈ ਵੇਖੇ। ਆਇਤ ਨੰਬਰ 13 ਉਹ ਆਪਣੇ ਮੂੰਹ ਨੂੰ ਬੁਰਾਈ ਤੋਂ ਦੂਰ ਰੱਖੇ ਅਤੇ ਆਪਣੇ ਆਪ ਨੂੰ ਕਪਟ ਤੋਂ ਬਚਾਈ ਰੱਖੇ। ਆਇਤ ਨੰਬਰ 14 ਬਦੀ ਤੋਂ ਹਟ ਜਾ ਅਤੇ ਨੇਕੀ ਕਰ, ਮੇਲ ਨੂੰ ਭਾਲ ਅਤੇ ਉਹਦਾ ਪਿੱਛਾ ਕਰ। ਆਇਤ ਨੰਬਰ 15 ਪ੍ਰਭੂ ਦਾ ਧਿਆਨ ਭਲਿਆਂ ਤੇ ਲੱਗਾ ਰਹਿੰਦਾ ਹੈ ਅਤੇ ਉਹ ਉਹਨਾਂ ਦੀ ਪੁਕਾਰ ਸੁਣਦਾ ਹੈ। ਆਇਤ ਨੰਬਰ 16 ਯਹੋਵਾ ਦਾ ਮੂੰਹ ਕੁਕਰਮੀਆਂ ਦੇ ਵਿਰੋਧ ਹੈ, ਭਈ ਉਹਨਾਂ ਦੀ ਯਾਦ ਧਰਤੀ ਤੋਂ ਮਿਟਾ ਸੁੱਟੇ। ਆਇਤ ਨੰਬਰ 17 ਭਲਿਆਂ ਦੀ ਪੁਕਾਰ ਨੂੰ ਪ੍ਰਭੂ ਸੁਣਦਾ ਹੈ ਅਤੇ ਉਹਨਾਂ ਨੂੰ ਦੁੱਖਾਂ ਤੋਂ ਬਚਾਉਂਦਾ ਹੈ। ਆਇਤ ਨੰਬਰ 18 ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲਿਆਂ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ। ਆਇਤ ਨੰਬਰ 19 ਭਲੇ ਮਨੁੱਖ ਦੇ ਕਈ ਤਰ੍ਹਾਂ ਦੀਆਂ ਵਿਪਤਾਵਾਂ ਆਉਂਦੀਆਂ ਹਨ, ਪਰ ਪ੍ਰਭੂ ਉਸ ਨੂੰ ਸਭ ਤੋਂ ਛੁਟਕਾਰਾ ਦਿੰਦਾ ਹੈ। ਆਇਤ ਨੰਬਰ 20 ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਹੈ, ਉਹਨਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ ਹੈ। ਆਇਤ ਨੰਬਰ 21 ਦੁਸ਼ਟ ਦਾ ਨਾਸ਼ ਬੁਰਾਈ ਹੀ ਕਰੇਗੀ ਅਤੇ ਧਰਮੀ ਨੂੰ ਘਿਰਣਾ ਕਰਨ ਵਾਲਿਆਂ ਨੂੰ ਸਜ਼ਾ ਮਿਲੇਗੀ। ਆਇਤ ਨੰਬਰ 22 ਯਹੋਵਾ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ ਅਤੇ ਉਸ ਦੇ ਸਾਰੇ ਸ਼ਰਨਾਰਥੀਆਂ ਵਿੱਚੋਂ ਕੋਈ ਦੋਸ਼ੀ ਨਹੀਂ ਠਹਿਰੇਗਾ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਹੋਏ। ਆਮੀਨ ਆਮੀਨ। ਥੈਂਕ ਯੂ ਸਾਨੂੰ ਇਹ ਜ਼ਬੂਰ ਪੰਜਾਬੀ ਵਿੱਚ ਪੜ੍ਹ ਕੇ ਸੁਣਾਉਣ ਦੇ ਲਈ। ਤੇ ਮੈਂ ਹੁਣ ਰਿਕੁਐਸਟ ਕਰਾਂਗੀ ਡਾਕਟਰ ਐਰਿਕ ਸਰਵਰ ਜੀ ਨੂੰ ਕਿ ਉਹ ਸਾਨੂੰ ਇਸ ਜ਼ਬੂਰ ਤੇ ਵਚਨ ਦੇਣ। ਮਸੀਹ ਯਸੂ ਦੇ ਕਾਦਰ ਤੇ ਜਲਾਲੀ ਨਾਂ ਦੇ ਵਿੱਚ ਸਾਰੇ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਦੋਸਤਾਂ ਵੈਲ ਵਿਸ਼ਰਸ ਨੂੰ ਬਹੁਤ ਬਹੁਤ ਸਲਾਮ ਹੋਵੇ। ਜੈ ਮਸੀਹ ਦੀ। ਔਰ ਅੱਜ ਅਸੀਂ ਸੋਚਣ ਡਏ ਹਾਂ ਪ੍ਰੋਗਰਾਮ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਗ੍ਰੀਟ ਕਿਵੇਂ ਕਰੀਏ। ਅਸੀਂ ਜੈ ਮਸੀਹ ਦੀ ਬੋਲੀਏ, ਅਸੀਂ ਸਲਾਮ ਅਲੈਕੁਮ ਕਰੀਏ, ਪੂਰਾ ਸਲਾਮ ਬੋਲੀਏ ਜਾਂ ਕੀ ਕਰੀਏ। ਸੋ ਜਿਹੜੇ ਲੋਕ ਇੱਥੇ ਬੈਠੇ ਨੇ ਤੁਹਾਨੂੰ ਸਾਰਿਆਂ ਨਾਲ ਦੁਆਵਾਂ ਤੇ ਬਹੁਤ ਸਾਰੀ ਬਰਕਤ ਹਾਸਲ ਹੁੰਦੀ ਹੋਵੇ ਜੀ। ਖੁਦਾਵੰਦ ਦਾ ਸ਼ੁਕਰਗੁਜ਼ਾਰ ਹਾਂ ਅੱਜ ਦੇ ਫਿਰ ਇਸ ਦਿਨ ਲਈ। ਔਰ ਆਪਣੀ ਸਾਰੀ ਟੀਮ ਦੇ ਨਾਲ ਮੈਂ ਭਾਈ ਕਾਸ਼ਿਫ ਚੌਹਾਨ ਸਾਹਿਬ ਇੰਗਲੈਂਡ ਤੋਂ ਸੁਬਾਹ 5 ਵਜੇ 4 ਵਜੇ ਸਾਡੇ ਨਾਲ ਜੁੜਦੇ ਨੇ। ਅੰਕਲ ਜੋਸ਼ਵਾ ਤੇ ਸਿਸਟਰ ਜੋਤੀ ਤੇ ਆਪਣਾ ਰਬੀਨਾ ਸਾਡੇ ਨਵੀਂ ਹੋਸਟਡ ਨੇ ਪ੍ਰੋਗਰਾਮ ਦੀ ਐਪੀਸੋਡ ਦੀ, ਉਹ ਅਸੀਂ ਸਾਰੇ ਸਦਰਨ ਕੈਲੀਫੋਰਨੀਆ ਤੁਹਾਡੇ ਨਾਲ ਜੁੜਦੇ ਹਾਂ। ਤੇ ਅੱਜ ਅਸੀਂ ਪਹੁੰਚੇ ਜੀ ਜ਼ਬੂਰ 34 ਤੇ। ਔਰ ਜ਼ਬੂਰ 34 ਇਸ ਲਿਹਾਜ਼ ਦੀ ਬੜਾ ਅਹਿਮ ਹੈ। ਮੈਂ ਜਦੋਂ ਜ਼ਬੂਰ ਦੀ ਤਿਆਰੀ ਕਰ ਰਿਹਾ ਪੜ੍ਹ ਰਿਹਾ, ਔਰ ਮੈਂ ਹੋਰ ਵੀ ਰਿਸੋਰਸਿਸ ਸੁਣ ਵੀ ਰਿਹਾ ਹਾਂ, ਹੋਰ ਵੀ ਖਾਦਮਾਂ ਨੂੰ, ਕਿਉਂਕਿ ਮੈਂ ਜਦੋਂ ਤਿਆਰੀ ਕਰਨਾ ਮੈਂ ਮੁਖਤਲਿਫ ਪਰਸਪੈਕਟਿਵ ਵੇਖਦਾ ਵਾਂ ਕਿ ਕਿਹੜੇ ਬੰਦੇ ਨੇ ਆਪਣੇ ਆਪਣੇ ਕੌਨਟੈਕਸਟ ਦੇ ਵਿੱਚ। ਅਗਰ ਕੋਈ ਯਹੂਦੀ ਰੈਬਾਈ ਉਹਨੇ ਉਹਨੂੰ ਕਿਵੇਂ ਬਿਆਨ ਕੀਤਾ ਵੇ, ਅਗਰ ਕੋਈ ਕ੍ਰਿਸਚਨ ਵੈਸਟਰਨ ਸਕਾਲਰ ਹੈ ਉਹਨੇ ਕਿਵੇਂ ਬਿਆਨ ਕੀਤਾ ਵੇ, ਜਾਂ ਅਗਰ ਕੋਈ ਸਾਡੇ ਪਾਕਿਸਤਾਨ ਇੰਡੀਆ ਤੋਂ ਅਗਰ ਕੋਈ ਖਾਦਮ ਹੈ ਉਹਨੇ ਕਿਵੇਂ ਬਿਆਨ ਕੀਤਾ ਵੇ। ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਵੇ ਕਿ ਜ਼ਬੂਰਾਂ ਦੀ ਕਿਤਾਬ ਦੀ ਤਸ਼ਰੀਹ ਔਰ ਤਫਸੀਰ ਸਾਡੇ ਆਪਣੇ ਪੰਜਾਬੀ ਉਰਦੂ ਕੌਨਟੈਕਸਟ ਦੇ ਵਿੱਚ ਬਹੁਤ ਘੱਟ ਪਾਦਰੀ ਨੇ ਜਾਂ ਖਾਦਮ ਨੇ ਜਾਂ ਸਕਾਲਰ ਨੇ ਜਿਨ੍ਹਾਂ ਨੇ ਜ਼ਬੂਰਾਂ ਦੀ ਕਿਤਾਬ ਨੂੰ ਹੱਥ ਪਾਇਆ ਵੇ। ਇਟਸ ਸੋ ਡੀਪ ਕਿਉਂਕਿ ਮਤਲਬ ਇਟਸ ਅ ਕੰਪੈਕਟ, ਇਟਸ ਅ ਪੋਇਟਰੀ, ਇਟਸ ਅ ਥਿਓਲੋਜੀ, ਇਟਸ ਗॉड्स ਵਰਡ ਐਂਡ ਇਟਸੈਲਫ ਇਟਸ ਅ ਮਿਊਜ਼ੀਕਲ ਮਤਲਬ ਲੈਂਗੁਏਜ। ਸੋ ਇਟਸ ਅ ਕੰਪੈਕਟ। ਇਹਨੂੰ ਹੱਥ ਪਾਉਣ ਲਈ ਤੁਹਾਨੂੰ ਇਹ 3-4 ਡਿਸਿਪਲਨ ਦੇ ਵਿੱਚ ਤੁਹਾਨੂੰ ਹੱਥ ਮਤਲਬ ਤੁਹਾਡਾ ਮਜ਼ਬੂਤ ਹੋਣਾ ਚਾਹੀਦਾ ਕਿ ਇਹ ਤੇ ਗੱਲ ਕਿਵੇਂ ਕਰਨੀ ਹੈ। ਲਿਹਾਜ਼ਾ ਅਸੀਂ ਖੁਦਾ ਦਾ ਸ਼ੁਕਰਦਾ ਕਰਨੇ ਹਾਂ ਕਿ ਖੁਦਾ ਨੇ ਸਾਨੂੰ ਮੌਕਾ ਦਿੱਤਾ ਔਰ ਇਹ ਖਿਦਮਤ ਖੁਦਾ ਸਾਡੇ ਤੋਂ ਲੈ ਰਿਹਾ। ਸੋ ਜ਼ਬੂਰ ਨੰਬਰ 34 ਜੀ ਮੈਂ ਦੱਸਣ ਲੱਗਾ ਸਾਂ ਕਿ ਤੁਸੀਂ ਵੇਖਿਆ ਹੈਗਾ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪ੍ਰੈਂਕ ਬੜੇ ਮਸ਼ਹੂਰ ਨੇ, ਠੀਕ ਹੈ ਨਾ।
ਟਿਕਟੌਕ ਭਰੇ ਪਏ ਨੇ ਜਨਾਬ ਸੋਸ਼ਲ ਮੀਡੀਆ ਤੇ, ਲੋਕਾਂ ਨੇ ਸ਼ਾਰਟ ਵੀਡੀਓ ਬਣਾ ਕੇ ਫੈਮਲੀਆਂ ਦੀਆਂ, ਜੋੜਿਆਂ ਨੇ, ਦੋਸਤਾਂ ਨੇ, ਮਤਲਬ ਹਰ ਕਿਸੇ ਨੇ ਪ੍ਰੈਂਕ ਵੀਡੀਓ, ਕਿਉਂਕਿ ਇੱਕ ਤਾਂ ਛੋਟੀ ਹੁੰਦੀ ਏ ਔਰ ਇੱਕ ਉਹਦੇ ਵਿੱਚ ਜਿਹੜੇ ਲੋਕੀ ਉਹ ਪ੍ਰੈਂਕ ਕਰਦੇ ਹੁੰਦੇ ਨੇ, ਕੋਈ ਨਾ ਰੂਪ ਧਾਰਿਆ ਹੁੰਦਾ ਵੇ, ਜਾਂ ਕੋਈ ਨਾ ਕੋਈ ਬੁਸ਼ ਬਣ ਕੇ ਬੈਠਾ, ਕੋਈ ਝਾੜੀ ਬਣ ਕੇ ਬੈਠਾ ਹੁੰਦਾ ਹੈ, ਕੋਈ ਜਨਾਬ ਨਕਲੀ ਚਿਹਰਾ ਮੂੰਹ ਤੇ ਪਾ ਕੇ, ਕੋਈ ਕਿਸੇ ਡਾਇਨਾਸੌਰ ਦਾ ਪਾ ਕੇ ਡਰੈਸ ਪਾ, ਮਤਲਬ ਪੀਪਲ ਆਰ obsessed with pranks। ਔਰ ਉਹਦੇ ਬਾਅਦ ਐਂਡ 'ਚ ਹੱਸਦੇ ਨੇ ਫਿਰ ਉਹ, ਜਦੋਂ ਬੰਦੇ ਨੂੰ ਪਤਾ ਲੱਗਦਾ ਕਿ ਇਹ ਤਾਂ ਕੋਈ ਹੋਰ ਸ਼ਾਇਦ ਸੀ, ਮਤਲਬ ਉਹ ਪ੍ਰੈਂਕ ਦੇ ਪਿੱਛੇ ਕੋਈ ਹੋਰ ਸ਼ਾਇਦ ਸੀ ਔਰ ਇਹ ਇਨਸਾਨ ਸੀ, ਦੈਨ ਦੇ ਐਵਰੀਬਡੀ ਲਾਫ ਔਰ ਮਿਲੀਅਨਸ ਵਿਊਜ਼ ਜਿਹੜੇ ਨਾ ਉਹਦੇ 'ਤੇ ਲੋਕੀ ਵਹਿੰਦੇ ਨੇ ਪ੍ਰੈਂਕਸ ਨੂੰ। ਬਟ ਇਹ ਜ਼ਬੂਰ 34 ਜਿਹੜਾ ਵੇ, ਇਹਦੇ 'ਚ ਤੁਹਾਨੂੰ ਦਾਊਦ ਬਾਦਸ਼ਾਹ ਪ੍ਰੈਂਕ ਕਰਦਾ ਨਜ਼ਰ ਆਉਂਦਾ ਵੇ। ਐਂਡ ਕੈਨ ਯੂ ਬਿਲੀਵ ਦੈਟ ਕਿੰਗ ਡੇਵਿਡ, ਠੀਕ ਹੈ, ਉਹਦਾ ਬੰਦਾ ਪ੍ਰੈਂਕ ਕਰ ਰਿਹਾ। ਪਰ ਪ੍ਰੈਂਕ ਕਿੱਥੇ ਕਰਨ ਡਿਆ ਵੇ? ਤੁਸੀਂ ਜਦੋਂ ਸਰਨਾਮਾ ਜਿਹੜਾ ਪੜ੍ਹਦੇ ਹੋ, ਸਿਸਟਰ ਜੋਤੀ ਨੇ ਵੀ ਪੜ੍ਹਿਆ ਵੇ ਜ਼ਬੂਰ ਨੰਬਰ 34 ਦੇ ਵਿੱਚ, ਔਰ ਤੁਸੀਂ ਵੇਖੋਗੇ ਕਿ ਜਿਹੜਾ ਮੇਰੇ ਕੋਲ ਉਰਦੂ 'ਚ ਲਿਖਿਆ ਵੇ ਔਰ ਜਿਹੜੇ ਜ਼ਬੂਰ ਪੜ੍ਹਨ ਡੇ ਜਾਂ ਸੁਣਨ ਡੇ ਨੇ, ਤੁਸੀਂ ਵੇਖੋਗੇ लिखा है जी दाऊद का मजमूर, ठीक है, उस वक्त का जब उसने अभी मलक के सामने अपनी वजह बदली, या उन्हें प्रैंक किया, या उन्हें एक्टिंग की, या उन्हें अपने आप को ड्रामेटिकली रिप्रेजेंट किया, ठीक है, वजह बदली और जिसने उसे निकाल दिया और वो चला गया। ओके जी, सिर्फ इन्ना को इंट्रोडक्शन दिता गया है जबूर दे सरनामे दे उत्ते, ठीक है। लेकिन लेट्स गो एंड रीड दैट स्टोरी, इन्ना को पैसेज जड़ा वे कि ए रेफरेंस किथे वे और ਉਹਦਾ बैकग्राउंड की, जिथे ਉਹਦੇ बाद दाऊद ने ए ਜ਼ਬੂਰ ਨੂੰ ਜਦੋਂ ਉਹਨੇ ਬਿਹੇਵੀਆਂ पेश किया। बड़ा पावरफुल ਜ਼ਬੂਰ है, बड़ियां मशहूर आयतां ने ਦੀਆਂ ਜਿਹੜੀਆਂ ਅਸੀਂ ਅਕਸਰ ਕੋਡ ਕਰਨੇ ਆ, ਸੁਣਨੇ ਆ, ਘਰਾਂ 'ਚ ਵੀ ਲਿਖੀਆਂ ਹੁੰਦੀਆਂ ਨੇ, ਬੜੀ ਮਸ਼ਹੂਰ ਹੈ। ਲੇਕਿਨ ਇਹਦਾ बैकग्राउंड इट्स वेरी इंटरेस्टिंग, ठीक है। सो लेट्स गो एंड रीड बुक ऑफ सैमुअल और ਉਹਦੀ ਜਿਹੜਾ 21 के 20 ਬਾਬ ਹੈ। मैं सिस्टर ज्योति ਨੂੰ ਗੁਜ਼ਾਰਿਸ਼ ਕਰਾਂਗਾ ਕਿ 21 ਬਾਬ सैमुअल ਦੀ ਪਹਿਲੀ ਕਿਤਾਬ और ਉਹਦਾ 21 ਬਾਬ ਹੈ और ਉਹਦੀ 10ਵੀਂ ਤੋਂ ਲੈ ਕੇ ਤੇ 15ਵੀਂ 5 ਆਇਤਾਂ ਨੇ। ਜਰਾ ਧਿਆਨ ਨਾਲ ਸੁਣਿਓ ਤੇ ਤੁਸੀਂ you got an idea what kind of prank David did। ਹਾਂਜੀ, मैं पढ़ांगी पहला सैमुअल ਉਹਦੀ 21 ਬਾਬ 10 ਤੋਂ ਲੈ ਕੇ 15 ਤੱਕ। सो दाऊद उस दिन नठ के गत दे राजा आकीश कोल चला गया। राजा दे दरबारियां ने उसनु कहा कि ਇਹ ਆਪਣੇ ਦੇਸ਼ ਦਾ ਰਾਜਾ ਨਹੀਂ, ਜਿਸ ਬਾਰੇ ਔਰਤਾਂ ਨੇ ਨੱਚਦੇ ਸਮਾਂ ਗਾਇਆ ਸੀ। ਸਾਊਲ ਤਾਂ ਹਜ਼ਾਰਾਂ ਤੇ ਭਾਰੂ ਹੋਇਆ, ਪਰ ਦਾਊਦ ਕਈ 10,000 ਤੇ ਭਾਰੂ ਪਿਆ ਹੈ। ਪਰ ਦਾਊਦ ਇਹ ਗੱਲਾਂ ਸੁਣ ਕੇ ਘਬਰਾ ਗਿਆ ਅਤੇ ਉਹ ਰਾਜਾ ਆਕੀਸ਼ ਤੋਂ ਡਰਨ ਲੱਗਾ। ਇਸ ਲਈ ਉਹ ਜਾਣ ਬੁੱਝ ਕੇ ਰਾਜਾ ਦੇ ਦਰਬਾਰੀਆਂ ਸਾਹਮਣੇ ਪਾਗਲ ਬਣ ਗਿਆ। ਉਹ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਸੀ, ਅਰਥਾਤ ਡਿਊੜੀ ਦੇ ਬੂਹਿਆਂ ਉੱਤੇ ਲੀਕ ਮਾਰਦਾ ਅਤੇ ਆਪਣੀ ਦਾੜੀ ਉੱਤੇ ਲਾਲਾਂ ਵਗਾਉਂਦਾ ਸੀ। ਤਦ ਰਾਜਾ ਨੇ ਆਪਣੇ ਦਰਬਾਰੀਆਂ ਨੂੰ ਕਿਹਾ, ਇਹ ਮਨੁੱਖ ਤਾਂ ਪਾਗਲ ਹੈ, ਤੁਸੀਂ ਇਸ ਨੂੰ ਮੇਰੇ ਕੋਲ ਕਿਉਂ ਲਿਆਏ ਹੋ? ਮੇਰੇ ਕੋਲ ਅੱਗੇ ਪਾਗਲਾਂ ਦਾ ਘਾਟਾ ਹੈ, ਤੁਸੀਂ ਮੈਨੂੰ ਚੁੜਾਉਣ ਲਈ ਇੱਕ ਹੋਰ ਪਾਗਲ ਕਿਉਂ ਲੈ ਆਏ ਹੋ? ਇਸ ਤਰ੍ਹਾਂ ਦਾ ਆਦਮੀ ਮੇਰੇ ਘਰ ਅੰਦਰ ਨਹੀਂ ਆ ਸਕਦਾ। ਇਹ ਪ੍ਰਭੂ ਦਾ ਵਚਨ ਹੈ। ਓਕੇ ਜੀ, ਨਾਓ ਯੂ ਗॉट ਐਨ ਆਈਡੀਆ, ਠੀਕ ਹੈ ਜੀ, ਕਿ ਕਿੰਗ ਡੇਵਿਡ ਇਜ਼ ਫਿਊਜਿਟਿਵ ਮਤਲਬ ਉਹ ਨੱਠਿਆ ਵੇ। ਔਰ ਉਹਦੇ ਪਿੱਛੇ ਸਟੋਰੀ ਤੁਹਾਨੂੰ ਪਤਾ ਵੇ ਕਿ ਜਦੋਂ ਦਾਊਦ ਨੇ ਜਾਤੀ ਜੂਲੀਅਤ ਨੂੰ ਮਾਰਿਆ ਨਾ, ਠੀਕ ਹੈ, ਜਾਤੀ ਜੂਲੀਅਤ ਨੂੰ ਮਾਰਨ ਤੋਂ ਬਾਅਦ ਜਦੋਂ ਉਹ ਆਪਣੇ ਮੁਲਕ ਸ਼ਹਿਰ ਵਿੱਚ ਵਾਪਸ ਆਏ ਨੇ ਤੇ ਉਹਦਾ ਉਹ ਫੇਮਸ ਹੋ ਗਿਆ। ਮਤਲਬ ਓਵਰਨਾਈਟ ਜਨਾਬ ਉਹਦੇ ਕੋਈ 2-2.5 ਮਿਲੀਅਨ ਵਿਊਅਰਸ ਹੋ ਗਏ, ਠੀਕ ਹੈ ਨਾ, ਰਾਤੋਂ ਰਾਤ, ਠੀਕ ਹੈ। ਅੱਛਾ, ਉਹ ਜਦੋਂ ਫੇਮਸ ਹੋ ਗਿਆ ਤੇ ਜਿਹੜਾ ਸਾਊਲ ਦਾ ਅਕਾਊਂਟ ਸੀ ਨਾ, ਸਾਊਲ ਕਹਿਣ ਲੱਗਾ ਯਾਰ ਮੈਂ ਬਾਦਸ਼ਾਹ, ਮੈਂ ਆਵਾਂ, ਹਕੂਮਤ ਮੇਰੇ ਕੋਲੇ, ਤਖਤ ਮੇਰੇ ਕੋਲੇ, ਠੀਕ ਹੈ, ਤੇ ਮੇਰੇ ਫਾਲੋਵਰ ਕੋਈ 15-20 ਹਜ਼ਾਰ ਨੇ, ਇਹ ਰਾਤੋਂ ਰਾਤ ਮਿਲੀਅਨ ਫਾਲੋਵਰ ਲੈ ਗਿਆ ਹੈ। ਇਹ ਕਹਾਣੀ ਕਿਵੇਂ ਹੋ ਗਈ ਹੈ, ਠੀਕ ਹੈ ਨਾ। ਸੋ ਜਨਾਬ ਸਾਊਲ ਦੇ ਅੰਦਰ ਬੜੀ ਜੈਲਸੀ ਪੈਦਾ ਹੋ ਗਈ। ਉਹਦਾ ਟਵਿੱਟਰ ਅਕਾਊਂਟ ਹੈਕ ਕਰ, ਉਹਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਸੀ, ਠੀਕ ਹੈ ਨਾ। ਸੋ ਸਾਊਲ ਕਹਿਣ ਲੱਗਾ ਯਾਰ ਮੈਂ ਮਤਲਬ ਮੇਰੀ ਕੋਈ ਗੱਲਬਾਤ ਹੀ ਕੋਈ ਨਹੀਂ। ਔਰ ਉਹਦੇ ਬਾਅਦ ਗਾਣੇ ਬਣਨੇ ਸ਼ੁਰੂ ਹੋ ਗਏ ਦਾਊਦ ਤੇ, ਲੜਕੀਆਂ ਜਿਹੜੀਆਂ ਹਨ। ਔਰ ਤੁਹਾਨੂੰ ਪਤਾ ਵੀ ਜਦੋਂ ਕੋਈ ਵੀ ਨਵਾਂ ਸਿੰਗਰ ਨੌਜਵਾਨ ਜਾਂ ਕੋਈ ਮਸ਼ਹੂਰ ਹੋ ਜਾਏ ਤਾਂ ਬਹੁਤੇ ਫਾਲੋਅਰ ਦੀਆਂ ਕੁੜੀਆਂ ਹੀ ਹੁੰਦੀਆਂ ਨੇ, ਠੀਕ ਹੈ। ਤੇ ਉਹ ਜਨਾਬ ਕੀ ਉਹਨੂੰ ਕਹਿੰਦੇ ਨੇ ਆਪਣਾ, ਉਹ ਲੜਕੀਆਂ ਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਕਿ ਭਾਈ ਸਾਊਲ ਨੇ ਤਾਂ ਹਜ਼ਾरों को मारा। ਯਾਨੀ ਅਗਰ ਮੈਂ ਇਹਨੂੰ ਅੱਜ ਦੇ ਦੌਰ 'ਚ ਕਨਵਰਟ ਕਰਾਂ ਕਿ ਸਾਊਲ ਦੇ ਕੋਲ ਤੇ ਸਿਰਫ 20-15 ਹਜ਼ਾਰ ਅਕਾਊਂਟ ਫਾਲੋਅਰ ਨੇ ਤੇ ਦਾਊਦ ਦੇ ਕੋਲ ਤੇ ਜਨਾਬ 5 ਮਿਲੀਅਨ ਤੋਂ ਜ਼ਿਆਦਾ ਫਾਲੋਅਰ ਹੋ ਗਏ ਨੇ, ਹੈ ਲੱਖਾਂ ਦੇ ਫਾਲੋਅਰਸ ਹੋ ਗਏ ਨੇ, ਠੀਕ ਹੈ ਨਾ। ਉਹ ਮੈਨੂੰ ਤਾਂ ਗੱਲ ਯਾਦ ਆ ਗਈ, ਪਿਛਲੇ ਦਿਨ ਮੈਨੂੰ ਕਿਸੇ ਮੀਮ ਘੱਲੀ, ਉਹ ਮੀਮ ਬਣੀ ਹੋਈ, ਇੱਕ ਵਿਚਾਰਾ ਜੱਟ ਬੰਦਾ, ਮੁੱਛਾਂ ਵੱਡੀਆਂ ਤੇ ਭੈੜਾ ਹਾਲ, ਮੰਦੇ ਦਿਹਾੜੇ ਤੇ ਜਨਾਬ ਬੁੱਕਲ ਮਾਰ ਕੇ ਨਾ ਬੈਠਾ ਹੋਇਆ ਤੇ ਇੱਕ ਕੁੜੀ ਉਹਦਾ ਇੰਟਰਵਿਊ ਕਰਨ ਡਈ ਏ। ਔਰ ਉੱਤੇ ਟੈਗ ਕੀ ਲਿਖਿਆ ਹੋਇਆ, ਪਾਕਿਸਤਾਨ ਦੇ ਵਿੱਚ ਟੈਗ ਚੱਲਣ ਡਿਆ ਸੀ ਨਿਊਜ਼ ਚੈਨਲ ਦੇ ਉੱਤੇ। ਉਹ ਕਹਿੰਦਾ ਜੀ ਮੇਰੀ ਬੀਵੀ ਦੇ 5 ਲੱਖ ਫਾਲੋਅਰ ਹੋ ਗਏ ਤੇ ਮੈਨੂੰ ਛੱਡ ਕੇ ਨੱਠ ਗਈ ਏ, ਠੀਕ ਹੈ।
ਕਹਿੰਦੇ ਜੀ ਉਹ ਟਿਕਟੋਕਰ ਸੀ, ਟਿਕਟੋਕਰ ਸਟਾਰ ਸੀ, ਉਹਦੇ 5 ਲੱਖ ਫਾਲੋਅਰ ਹੋਏ ਤੇ ਮੈਨੂੰ ਛੱਡ ਕੇ ਨੱਟ ਗਈ ਹੈ ਵਿਚਾਰਾ, ਬੁੱਕਲ ਮਾਰ ਕੇ ਪਰੇਸ਼ਾਨ ਨਾਲ ਬੈਠਾ ਹੋਇਆ ਕਿ ਮੇਰੇ ਟਿਕਟੋਕਰ ਫਾਲੋਅਰ ਨੱਟ ਗਏ ਨੇ, ਠੀਕ ਹੈ। ਸੋ ਦੈਟ ਵਾਜ਼ ਅ ਕਾਈਂਡ ਆਫ ਅ ਸਟੋਰੀ। ਅਗਰ ਮੈਂ ਸਿਰਫ ਇਹਨੂੰ ਮੈਂ ਇਮੈਜਿਨ, ਇਟਸ ਮਾਈ ਵਾਈਲਡ ਇਮੈਜੀਨੇਸ਼ਨ, ਠੀਕ ਹੈ ਜੀ। ਸੋ ਡੋਂਟ ਟੇਕ ਇਟ ਸੀਰੀਅਸਲੀ, ਆਈ ਐਮ ਜਸਟ ਰਿਲੇਟਿੰਗ, ਅੱਜ ਦੇ ਦੌਰ ਦੇ ਮੈਂ ਇਹਨੂੰ ਰਿਲੇਟ ਕਰ ਰਿਹਾ ਵਾਂ। ਸੋ ਸਾਊਲ ਜੈਲਸੀ ਨਾਲ ਭਰ ਗਿਆ ਕਿ ਯਾਰ ਦਾਊਦ ਦੀ ਇੰਨੀ ਮਸ਼ਹੂਰੀ ਰਾਤੋਂ ਰਾਤ, ਆਲਦੋ ਉਹਨੂੰ ਆਪਣਾ ਕੌਲ ਪੂਰਾ ਕਰਨ ਲਈ ਹਾਲਾਂਕਿ ਦਮਾਦ ਹੀ ਬਣਾਇਆ, ਆਪਣੀ ਕੁੜੀ ਵਿਆਹ ਦਿੱਤੀ, ਕਿਉਂਕਿ ਪ੍ਰੋਮਿਸ ਐਸੀ ਜਿਹੜਾ ਜਾਤੀ ਜੁਲਤ ਨੂੰ ਮਾਰੇਗਾ ਮੈਂ ਕੁੜੀ ਕੀ ਕਰ ਦਾਂਗਾ, ਉਹਦੇ ਨਾਲ ਵਿਆਹ ਦਾਂਗਾ, ਠੀਕ ਹੈ। ਅੱਛਾ, ਦਾਊਦ ਦਮਾਦ ਵੀ ਹੈ ਹੁਣ, ਠੀਕ ਹੈ। ਪਲੱਸ ਜਦੋਂ ਉਹ ਬਹਿੰਦਾ ਸੀ ਦਰਬਾਰ ਦੇ ਵਿੱਚ ਤੇ ਦਾਊਦ ਦੀ ਸੀਟ ਜਿਹੜੀ ਹੁੰਦੀ ਸੀ ਨਾ, ਉਹ ਜਿਹੜਾ ਚੀਫ ਆਫ ਆਰਮੀ ਸਟਾਫ ਸੀ ਉਹਦੇ ਨਾਲ ਹੁੰਦੀ ਸੀ, ਠੀਕ ਹੈ ਨਾ। ਸੋ ਦਰਬਾਰ ਦੇ ਵਿੱਚ ਬਾਦਸ਼ਾਹ ਜਦੋਂ ਦਸਤਰਖਾਨ ਤੇ ਰਾਤ ਨੂੰ ਡਿਨਰ ਕਰਦਾ ਸੀ, ਸਾਰੇ ਦਰਬਾਰ ਉਹਦੇ ਸਾਰੀ ਜਿਹੜੀ ਟੀਮ ਸੀ ਉਹਦੀ ਕੋਰ ਨਾਲ ਆਲੇ ਦੁਆਲੇ ਬਹਿੰਦੀ ਸੀ। ਬਾਦਸ਼ਾਹ ਦਾ ਬੇਟਾ ਸਾਊਲ ਦਾ ਬੇਟਾ ਯੂਨਤਨ, ਔਰ ਉਹਦੇ ਬਾਅਦ ਜਿਹੜਾ ਸੀ ਉਹਦਾ ਚੀਫ ਆਫ ਦਾ ਆਰਮੀ ਸਟਾਫ, ਔਰ ਉਹਦੇ ਬਾਅਦ ਦਾਊਦ, ਇਹ 3-4 ਔਰ ਪੂਰੀ ਕਾਬੀਨਾ ਨਾਲ ਬਹਿੰਦੀ ਹੁੰਦੀ ਸੀ। ਉਧਰੋਂ ਦਾਊਦ ਨੂੰ, ਯੂਨਤਨ ਨੂੰ ਪਤਾ ਲੱਗ ਗਿਆ ਕਿ ਬਈ ਮੇਰਾ ਬਾਪ ਸਾਊਲ ਜਿਹੜਾ ਨਾ ਦਾਊਦ ਨੂੰ ਮਾਰ ਦੇਗਾ, ਉਹਨੇ ਦਾਊਦ ਨੂੰ ਨਠਾ ਦਿੱਤਾ, ਠੀਕ ਹੈ। ਦਾਊਦ ਨੱਠਿਆ ਹੁਣ ਉੱਥੇ। ਅੱਛਾ, ਹੁਣ ਸਾਊਲ ਲੱਭਣ ਡਿਆ ਕਿ 3-4 ਦਿਨ ਹੋ ਗਏ ਨੇ ਤੇ ਦਾਊਦ ਆ ਕੇ ਉਹਦੀ ਸੀਟ ਖਾਲੀ ਹੈ ਤੇ ਬੈਠਾ ਨਹੀਂ ਹੈ, ਠੀਕ ਹੈ। ਈਦ ਵੀ ਆ ਗਈ ਹੈ ਔਰ ਈਦ ਤੇ ਫੈਸਟੀਵਲ ਵੀ ਹੈ, ਲੇਕਿਨ ਦਾਊਦ ਨਜ਼ਰ ਨਹੀਂ ਆ ਰਿਹਾ, ਔਰ ਉਹਨੂੰ ਉਹ ਅੱਗੋਂ ਟੀਮ ਤਿਆਰ ਕਰ ਚੁੱਕਿਆ ਸੀ ਕਿ ਦਾਊਦ ਨੂੰ ਖਤਮ ਕਰ ਦਿਓ, ਠੀਕ ਹੈ। ਲੇਕਿਨ ਯੂਨਤਨ ਨੇ ਆਪਣੀ ਦੋਸਤੀ ਨਿਭਾਈ ਔਰ ਦਾਊਦ ਨੂੰ ਨਠਾ ਦਿੱਤਾ। ਸੋ ਦਾਊਦ ਉੱਥੋਂ ਨੱਠਿਆ ਵੇ ਜਦੋਂ, ਉਹਦੇ ਬਾਅਦ ਸਾਊਲ ਨੇ ਉਹਦੇ ਮਗਰ ਬੰਦੇ ਲਾਏ, ਫੜ ਕੇ ਲਿਆਓ ਬੰਦਾ ਕਿੱਥੇ ਵੇ, ਠੀਕ ਹੈ ਨਾ। ਦਾਊਦ ਨੱਠਿਆ ਵੇ ਔਰ ਨੱਠਦਾ ਦਾਊਦ ਆ ਗਿਆ ਵੇ, ਤੁਸੀਂ 21 ਬਾਬ ਦੀ ਪਹਿਲੀ ਆਇਤ ਜਦੋਂ ਪੜੋਗੇ ਨਾ, ਲਿਖਿਆ ਵੇ ਦਾਊਦ नोब में अहीमलक काहिन के पास आया और वो काहिना को पहुंच गया वे, और अहीमलक दाऊद से मिलने काम तो उन्हें कहा जी तू क्यों किलाया। अच्छा, ਹੁਣ ਤੁਹਾਨੂੰ ਪਤਾ ਉਹ ਇੰਟਰਨੈਟ ਤੇ ਹੈ ਕੋਈ ਨਹੀਂ ਸੀ ਨਾ, ਐਡੀ ਛੇਤੀ ਫੋਨ ਕਾਲ ਜਾਂਦੀ ਸੀ। ਹੁਣ ਕਾਹਿਨਾ ਨੂੰ ਨਹੀਂ ਪਤਾ ਕਿ ਦਾਊਦ ਕਿਉਂ ਨੱਠਿਆ ਵੇ, ਉਹ ਉਹਨੂੰ ਸਰਕਾਰੀ ਆਫੀਸ਼ੀਅਲ ਦੇ ਤੌਰ ਤੇ ਲੈ ਰਹੇ ਨੇ, ਠੀਕ ਹੈ ਨਾ। ਉਹ ਕਹਿੰਦੇ ਬਈ ਤੂੰ ਇਕੱਲਾ ਹੀ ਆਇਆ, ਤੇਰੇ ਨਾਲ ਬਾਕੀ ਸਰਕਾਰੀ ਦਸਤਾ ਕੋਈ ਨਹੀਂ। ਜੋ ਦਾਊਦ ਨੇ ਦੱਸਿਆ ਨਾ ਉਹਨਾਂ ਨੂੰ ਮੇਰੇ ਨਾਲ ਕੀ ਹਾਲ ਬਣ ਗਿਆ, ਮੇਰੇ ਪਿੱਛੇ ਸਾਜ਼ਿਸ਼ ਹੋ ਗਈ ਹੈ, ਠੀਕ ਹੈ ਨਾ। ਉਹਨੇ ਦੱਸਿਆ ਕਿ ਉਹਨੇ ਸਿਰਫ ਇੰਨਾ ਕਿਹਾ ਕਿ ਬਈ ਮੈਂ ਇਕੱਲਾ ਹੀ ਆਇਆ ਵਾਂ, ਈਵਨ ਮੈਂ ਆਪਣੀ ਤਲਵਾਰ ਵੀ ਲੈ ਕੇ ਨਹੀਂ ਆਇਆ। ਸੋ ਇਸ ਲਈ ਅਗਰ ਤੇਰੇ ਕੋਲ ਕੋਈ ਤਲਵਾਰ, ਉਹਨੇ ਕਿਹਾ ਜੀ ਵੇਖੋ ਇਹ ਤੇ ਖੁਦਾਵੰਦ ਦਾ ਖੈਮਾ ਇੱਥੇ ਲੱਗਾ ਵੇ, ਇੱਥੇ ਤਲਵਾਰ ਸ਼ਲਵਾਰ ਤੇ ਕੋਈ ਨਹੀਂ, ਹਾਂ ਜਿਹੜਾ ਤੂੰ ਜਾਤੀ ਜੁਲਤ ਨੂੰ ਮਾਰਿਆ ਸੀ ਨਾ, ਉਹਦੀ ਤਲਵਾਰ ਮੇਰੇ ਕੋਲ ਪਈ ਜੇ, ਉਹ ਲੈਣੀ ਆ ਤੇ ਲੈ ਲੈ। ਉਹਨੇ ਕਿਹਾ ਚੱਲ ਉਹ ਦੇ ਹੜ, ਕੋਈ ਗੱਲ ਨਹੀਂ। ਸੋ ਦਾਊਦ ਨੇ ਤਲਵਾਰ ਵੀ ਲੈ ਲਈ। ਪਲੱਸ ਦਾਊਦ ਨੇ ਕਿਹਾ ਜੀ ਕਿ ਮੈਂ ਦਾਊਦ ਦੇ ਨਾਲ ਜਾਣ 3-4 ਹੋਰ ਵੀ ਲੋਕ ਸਨ, ਕਿਉਂਕਿ ਪੂਰਾ ਜਿਹੜਾ ਗਰੋਹ ਸੀ ਨਾ, ਪੰਜਾਬੀ ਮੈਂ ਯੂਜ਼ ਕਰ ਲਾਂਗਾ, ਕੰਨ ਟੁੱਟਿਆਂ ਦਾ ਪੂਰਾ ਗਰੋਹ ਜਿਹੜਾ ਸੀ, ਠੀਕ ਹੈ ਨਾ। ਸਾਰੇ ਨੱਠੇ ਹੋਏ, ਕੋਈ ਚੋਰ ਚਕਾਰ, ਕੋਈ ਡਾਕੂ, ਕੋਈ ਡਕੈਤ, ਕੋਈ ਆਪਣਾ ਨੱਠਿਆ ਹੋਇਆ ਜੇ, ਉਹ ਸਾਰੇ ਇਕੱਠੇ ਰਲ ਗਏ ਨਾ, ਤੇ ਦਾਊਦ ਉਹਨਾਂ ਦਾ ਸਰਦਾਰ ਬਣ ਗਿਆ। ਉਹਨਾਂ ਕਿਹਾ ਜੀ ਦਾਊਦ, ਮਸ਼ਹੂਰੀ ਬੜੀ ਸੀ ਦਾਊਦ ਦੀ, ਉਹਨੇ ਕਿਹਾ ਜੀ ਤੂੰ ਸਾਡਾ ਲੀਡਰ ਹੈ। ਤੇ ਦਾਊਦ ਗਿਆ, ਉਹਨੇ ਕਿਹਾ ਜੀ ਉਹਨੂੰ ਭੁੱਖ ਲੱਗੀ ਹੈ, ਡਾਕਾ ਤੇ ਮਾਰਨਾ ਨਿਕਲੇ, ਰੋਟੀ ਕਿੱਥੋਂ ਖਾਈਏ। ਦਾਊਦ ਨੇ ਕਿਹਾ ਮੈਨੂੰ ਆਈਡੀਆ ਹੈ, ਚੱਲ ਕਿੱਥੋਂ ਰੋਟੀ ਮਿਲੇਗੀ। ਉਹ ਗਿਆ ਕਾਹਿਨ ਦੇ ਕੋਲ, ਉਹਨੂੰ ਕਹਿੰਦਾ ਵੇ ਜੀ ਕਿ ਬਾਦਸ਼ਾਹ ਨੇ ਮੁਝੇ ਕੰਮ ਦਾ ਹੁਕਮ ਕਿਆ ਭੇਜਾ ਹੈ। ਆਂਦਾ ਮੈਂ ਇੱਕ ਸਪੈਸ਼ਲ ਮਿਸ਼ਨ ਤੇ ਆਇਆ ਵਾਂ ਤੇ ਮੈਂ ਦੱਸਿਆ ਕਿਸੇ ਨੂੰ ਨਹੀਂ, ਤੂੰ ਵੀ ਨਾ ਕਿਸੇ ਨੂੰ ਦੱਸੀ, ਠੀਕ ਹੈ। ਕਾਹਿਨ ਨੂੰ ਕਹਿੰਦਾ ਵੇ, ਇਸ ਲਈ ਮੈਂ ਸੀਕਰਟ ਮਿਸ਼ਨ ਤੇ ਨਿਕਲਿਆ ਵਾਂ ਤੇ ਕਿਸੇ ਬੰਦੇ ਨੂੰ ਦੱਸੀ ਨਾ ਮੈਂ ਕਿੱਥੇ ਆਇਆ ਵਾਂ। ਸੋ ਆਂਦਾ ਜੀ ਮੈਨੇ ਜਵਾਨੋਂ ਕੋਈ ਜਿਹੜੇ ਮੇਰੇ ਨਾਲ ਜਵਾਨ ਹੈ ਨਾ, ਜਿਹੜੇ ਸਾਰੇ ਨਾਲ ਟੀਮ ਰਲ ਗਏ ਸੀ, ਜਿਹੜੇ ਸਾਰੇ ਆਊਟਲਾਜ਼ ਜਿੰਨੇ ਹਨ, ਠੀਕ ਹੈ ਨਾ। ਆਂਦਾ ਜੀ ਮੇਰੇ ਆਊਟਲਾਜ਼ ਜਿੰਨੇ ਨਾ, ਐ ਨਹੀਂ ਦੱਸਣ ਡਿਆ ਕਿ ਆਊਟਲਾਜ਼ ਨੇ, ਉਹਨਾਂ ਨੇ ਕਹਿੰਦਾ ਜਿਹੜੇ ਮੇਰੇ ਨਾਲ ਸਾਥੀ ਨੇ ਨਾ, ਜਿਹੜੇ ਮੇਰੇ ਬਾਦਸ਼ਾਹ ਨੇ ਕੱਲੇ ਨੇ ਨਾਲ, ਉਹ ਫਲਾਣੀ ਜਗ੍ਹਾ ਬੈਠੇ ਹੋਏ ਨੇ, ਸਾਨੂੰ ਲੱਗੀ ਹੈ ਭੁੱਖ ਤੇ ਸਾਨੂੰ ਰੋਟੀ ਦੇ ਹੁਣ, ਠੀਕ है ना। काहिन कहने लगा जी कि मेरे हाथ में रोटियों के 5 गिरदे या जो कुछ मौजूद है। काहिन ने दाऊद को जवाब दिया कि मेरे यहाँ आम रोटियां तो घर वाली रोटियां तो कोई नहीं हूँ, लेकिन मुकद्दस रोटियां हैं। ਕਿਹੜੀਆਂ ਰੋਟੀਆਂ? ਨਜ਼ਰ ਦੀਆਂ ਰੋਟੀਆਂ, ਜਿਹੜੀ ਕਿ ਜਿਹੜੇ ਕਾਹਿਨਾਂ ਜਦੋਂ ਖੁਦਾਵੰਦ ਦੇ ਅੱਗੇ ਜਿਹੜੇ ਲੋਕ ਦਿੰਦੇ ਹਨ ਨਾ, ਨਜ਼ਰ ਤਪਾਵਨ ਜਿਹੜਾ ਹੁੰਦਾ ਸੀ, ਉਹ ਟੇਬਲ ਹੁੰਦੀ ਸੀ, ਮੇਜ਼ ਲੱਗੀ ਹੁੰਦੀ ਸੀ ਹੋਲੀ ਆਫ ਲਾਈਸ ਦੇ ਸਾਹਮਣੇ। उन्होंने कहा जी बशर्त के वो जवान मतलब औरतों से अलग रहे हों या उन्होंने मतलब पाक नापाक ना होए हों। दाऊद ने कहा जी कि मैं नौजवान जड़े सारे दे आर क्लीन, दे आर प्योर, ये मामूली सफ़र है, तो भी जब मैं चला था इन जवानों के बर्तन पाक थे, पाक ही ने। तब काहिन ने मुकद्दस रोटी उसको दी क्योंकि और रोटी वहाँ नहीं थी। ठीक है जी, ए रोटी सिर्फ मखसूस सी कि सिर्फ काहिन खा सकते हैं, नोबडी एल्स कैन टच दैट। ठीक है, लेकिन दाऊद ने ना और नज़र की रोटी जी खुदा अगे रखी जाती सी, वो गर्म गर्म रोटी रखी जाती थी। उन्हें साउल के खादमों से रुका हुआ था, उन्हें वेख्या जी तो तलवार मिल गई, रोटी मिल गई और दाऊद लैके तो निकल गया। तो याद है खुदावन यसु मसीह ते उन्होंने फकीयां ते फरीसियां ने इतराज़ किया कि तो सबत वाले दिन क्योंकि शागिर्द राह दे विचों बालियां तोड़ के खाई होंदे हैं ना, मोड़ है ना, ठीक है। ते फरीसियां ने इतराज़ किया कि तेरे शागिर्द सबत वाले दिन कम क्यों करते हैं। कम उन्हें की बनाया सी अपने वालों कि अगर तुसी
ਖਾਲਸ ਜੌਂ ਜਾਂ ਮਕਈ ਜਾਂ ਗੰਦਮ ਤੁਸੀਂ ਅਗਰ ਖੇਤਾਂ ਤੋਂ ਤੋੜ ਕੇ ਉਹਨੂੰ ਤੋੜ ਕੇ ਔਰ ਅਗਰ ਤੁਸੀਂ ਇੰਨੇ ਮੀਲ ਚੱਲ ਕੇ ਔਰ ਅਗਰ ਤੁਸੀਂ ਉਹਨੂੰ ਤੋੜ ਕੇ ਖਾਂਦੇ ਹੋ ਤੇ ਇਹ ਕੰਮ ਹੋ ਗਿਆ, ਤੂੰ ਅੱਲਾਹ ਤੋੜ ਦਿੱਤਾ ਹੈ। ਇਟਸ ਅ ਵਰਕ। ਮੈਂ ਨਾ ਬੁਡਾਪੈਸਟ ਸਾਂ ਕੋਵਿਡ ਤੋਂ ਪਹਿਲਾਂ ਹੰਗਰੀ ਦੇ ਵਿੱਚ, ਤੇ ਉੱਥੇ ਨਾ ਮੈਨੂੰ ਇੱਕ ਜਿਊਇਸ਼ ਸਿਨਾਗੋਗ ਵਿਖਾਈ, ਬੜੀ ਖੂਬਸੂਰਤ, ਬੜੀ ਯੂਨੀਕ ਜੀ ਜਿਊਇਸ਼ ਸਿਨਾਗੋਗ। ਔਰ ਉਸ ਸਿਨਾਗੋਗ ਦਾ ਰਾਹ ਜਿਹੜਾ ਸੀ ਨਾ, ਉਹ ਉਹਨਾਂ ਇੱਕ ਬਾਜ਼ਾਰ, ਹੁਣ ਉੱਥੇ ਬਾਜ਼ਾਰ ਹੈ, ਉਹ ਪਹਿਲਾਂ ਬਾਜ਼ਾਰ ਨਹੀਂ ਸੀ। ਸੋ ਇਟ ਵਾਜ਼ ਆਲ ਕਵਰਡ, ਪੱਥਰਾਂ ਦੇ ਨਾਲ ਕਵਰਡ ਸੀ ਉਸ ਰਾਹ ਨੂੰ ਜਾਣ ਦਾ। ਔਰ ਉਹ ਆਲੇ ਦੁਆਲੇ ਸਨ ਸਾਰੇ ਜਿਊਇਸ਼ ਘਰ ਸਨ ਉਹਦਾ। ਉਹਨਾਂ ਮੈਨੂੰ ਕਿਹਾ, ਮੈਂ ਕਿਹਾ ਜੀ ਕਿ ਬਾਜ਼ਾਰ ਇੱਥੇ ਕਿਉਂ ਹੈ? ਉਹਨਾਂ ਕਿਹਾ ਜੀ ਇਹ ਬਾਜ਼ਾਰ ਤੇ ਹੁਣ ਬਣਿਆ ਇੱਥੇ, ਛੋਟੀ ਫਲੀ ਮਾਰਕੀਟ ਹੁੰਦੀ ਜਿਵੇਂ ਜੁਮਾ ਬਾਜ਼ਾਰ, ਹਫਤਾ ਬਾਜ਼ਾਰ ਲੱਗਦਾ ਹੈ, ਉਹ ਫਲੀ ਮਾਰਕੀਟ ਬਣੀ ਹੋਈ ਸੀ। ਉਹਨਾਂ ਕਿਹਾ ਜੀ ਐਕਚੁਅਲੀ ਇਹ ਗਲੀ ਜਿਹੜੀ ਸੀ ਇਹ ਯਹੂਦੀਆਂ ਨੇ ਆਪਣੇ ਘਰ, ਸਾਰੇ ਜਿਹੜੇ ਇੱਥੇ ਸਾਰੇ ਆਲੇ ਦੁਆਲੇ ਜਿੰਨੇ ਘਰ ਸਨ ਜਿਊਇਸ਼ ਲੋਕਾਂ ਦੇ, ਇਹ ਮਿੱਥ ਕੇ ਉਹਦੀ ਲੈਂਥ ਮਿੱਥ ਕੇ ਬਣਾਈ ਸੀ ਕਿ ਲਾਅ ਨਾ ਟੁੱਟੇ, ਕਿ ਉਹਨਾਂ ਇਦੋਂ ਜ਼ਿਆਦਾ ਮੀਲ ਸਫ਼ਰ ਨਹੀਂ ਕਰਨਾ ਵਰਨਾ ਉਹ ਲਾਅ ਟੁੱਟ ਜਾਏਗਾ। ਸੋ ਦੇ ਮੇਕ ਦਿਸ ਬਰੀਫ ਐਲਾਈ ਕਿ ਜੀ ਸਿਰਫ ਅਸਾਂ ਇੰਨੇ ਪੈਰ ਚੱਲਣੇ ਨੇ ਤੇ ਫਿਰ ਅਸੀਂ ਹੈਕਲ ਸਬਤ ਜਾਵਾਂਗੇ, ਤਾਂ ਕਿ ਸਬਤ ਨੂੰ ਕੰਮ ਨਾ ਹੋ ਸਕੇ। ਕਿਉਂਕਿ ਯਹੂਦੀ ਜਿਹੜੇ ਫਕੀ ਸਨ ਉਹਨਾਂ ਨੇ ਇਹ ਵੀ ਐਸਟੀਮੇਟ ਕੀਤਾ ਹੋਇਆ ਸੀ ਕਿ ਤੁਸੀਂ ਅਗਰ 2 ਮੀਲ ਤੋਂ ਜਾਂ 3, ਜੋ ਵੀ ਉਹਨਾਂ ਐਸਟੀਮੇਸ਼ਨ ਕੀਤਾ ਸੀ, ਅਗਰ ਜ਼ਿਆਦਾ ਪੈਦਲ ਵੀ ਚੱਲੇ ਨਾ ਤਦ ਵੀ ਤੁਹਾਨੂੰ ਲਾਅ ਕੀ ਕਰ ਦਿੱਤਾ ਹੈ, ਤੋੜ ਦਿੱਤਾ ਹੈ। ਸੋ ਦੈਟ ਵਾਸ ਸੋ ਰਿਸਟ੍ਰਿਕਟਡ। ਸੋ ਯਿਸੂ ਮਸੀਹ ਨੇ ਇਹ ਵਾਲਾ ਰੈਫਰੈਂਸ ਕੋਡ ਕੀਤਾ ਸੀ ਯਹੂਦੀਆਂ ਦੇ ਅੱਗੇ, ਉਹਨਾਂ ਦੇ ਅੱਗੇ, ਫਕੀਆਂ ਤੇ ਫਰੀਸੀਆਂ ਦੇ ਅੱਗੇ, ਇਹ ਵਾਲੀ ਸਟੋਰੀ ਬਿਆਨ ਕੀਤੀ ਸੀ ਕਿ ਭਾਈ ਤੁਸੀਂ ਮੈਨੂੰ ਤੇ ਮੇਰੇ ਸ਼ਾਗਿਰਦਾਂ ਨੂੰ ਤੇ ਕਹਿੰਦੇ ਹੋ ਕਿ ਜੀ ਅਸੀਂ ਸਬਤ ਤੋੜ ਕੇ ਤੇ ਅਸੀਂ ਰੋਟੀ ਖਾਣ ਡਏ ਜਾਂ ਅਸੀਂ ਬਾਲਾਂ ਕਿਉਂਕਿ ਮੇਰੇ ਸ਼ਾਗਿਰਦਾਂ ਨੂੰ ਭੁੱਖ ਲੱਗੀ ਹੈ। ਤੁਹਾਡਾ ਉਸ ਬਾਰੇ ਕੀ ਖਿਆਲ ਹੈ ਜਦੋਂ ਦਾਊਦ ਭੁੱਖਾ ਸੀ ਤੇ ਉਹਨੇ ਜਾ ਕੇ ਨਜ਼ਰ ਦੀਆਂ ਰੋਟੀਆਂ ਖਾਧੀਆਂ ਜਿਹੜੀਆਂ ਕਿ ਸਿਵਾਏ ਕਾਇਨਾਂ ਦੇ ਕੋਈ ਨਹੀਂ ਖਾ ਸਕਦਾ? ਅੱਛਾ, ਉੱਥੇ ਚੁੱਪ ਹੋ ਗਏ ਸਾਰੇ, ਉਹਦਾ ਅੱਗੇ ਕੋਈ ਜਵਾਬ ਕੋਈ ਨਹੀਂ। ਕਿਉਂ? ਕਿਉਂਕਿ ਡੇਵਿਡ ਵਾਜ਼ ਕਿੰਗ। ਡੇਵਿਡ ਕੇ ਹਾਲੇ ਤਾਂ ਕਿੰਗ ਨਹੀਂ ਹੈ ਇਸ ਸਟੋਰੀ 'ਚ, ਲੇਕਿਨ ਉਹਦੇ ਬਾਅਦ ਤਾਂ ਕਿੰਗ ਬਣਿਆ। ਐਂਡ ਡੇਵਿਡ ਹੈਡ ਦਾ ਹੋਲ ਅਥਾਰਟੀ ਐਂਡ ਪਾਵਰ ਐਂਡ ਹੀ ਵਾਜ਼ ਦਾ ਆਈਡੀਅਲ ਕਿੰਗ, ਮੈਸਿਆਨਿਕ ਕਿੰਗ। ਸੋ ਜਿੱਥੇ ਦਾਊਦ ਦਾ ਨਾਂ ਆਇਆ ਉੱਥੇ ਤਾਂ ਉਹਨਾਂ ਦੀ ਬੋਲਦੀ ਬੰਦ ਹੋ ਗਈ, ਚੁੱਪ ਕਰ ਗਏ। ਯਿਸੂ ਮਸੀਹ ਦੇ ਸ਼ਾਗਿਰਦਾਂ ਦੇ ਇਤਰਾਜ਼ ਕਰਨ ਨੇ ਕਿ ਤੁਹਾਂ ਜਨਾਬ ਹੈ ਕਿਉਂ ਕੰਮ ਕੀਤਾ ਹੋਵੇ? ਸੋ ਦੇ ਹੈਡ ਨੋ ਆਨਸਰ, ਕਿਉਂਕਿ ਜੀਸਸ ਕੋਟਡ ਦਿਸ ਸਟੋਰੀ ਦਾਊਦ ਦੇ ਨਾਂ ਦੇ ਉੱਤੇ। ਓਕੇ, ਸੋ ਜੀ ਇਹ ਬੈਕਗਰਾਉਂਡ, ਦਾਊਦ ਹੁਣ ਫਿਊਜੀਟਿਵ ਹੋਇਆ ਵੇ, ਨੱਠਿਆ ਵੇ, ਠੀਕ ਹੈ। ਉਹ ਜਦੋਂ ਨੱਠਿਆ ਵੇ ਤੇ ਹੁਣ ਉਹ ਜਦੋਂ ਪਹੁੰਚਿਆ ਵੇ ਜਿਹੜਾ ਨਾ ਅਬੀਮਲਕ ਵਾਜ਼ ਅ ਟਾਈਟਲ। ਟਾਈਟਲ ਮੀਨਸ ਜਿਵੇਂ ਪ੍ਰੈਜ਼ੀਡੈਂਟ ਇਜ਼ ਅ ਟਾਈਟਲ, ਪ੍ਰਾਈਮ ਮਿਨਿਸਟਰ ਇਜ਼ ਅ ਟਾਈਟਲ, ਠੀਕ ਹੈ। ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਪ੍ਰਿੰਸੀਪਲ, ਪੈਸਟਰ ਇਜ਼ ਅ ਟਾਈਟਲ। ਪਰਸਨਲ ਨਾਂ ਕੋਈ ਵੀ ਹੋ ਸਕਦਾ, XYZ, ਠੀਕ ਹੈ ਨਾ। ਜਿਵੇਂ ਅਮਰੀਕਾ ਦਾ ਪ੍ਰੈਜ਼ੀਡੈਂਟ ਜੋ ਬਾਈਡਨ ਤੋਂ ਪਹਿਲਾਂ ਕਲਿੰਟਨ ਕਹਿ ਰਿਹਾ ਹਾਂ, ਕੀ ਨਾਂ ਉਹਦਾ? ਟਰੰਪ ਸੀ, ਠੀਕ ਹੈ। ਟਰੰਪ ਤੋਂ ਪਹਿਲਾਂ ਜਨਾਬ ਓਬਾਮਾ ਸੀ। ਸੋ ਪ੍ਰੈਜ਼ੀਡੈਂਟ ਹੂਐਵਰ, ਟਾਈਟਲ ਇਜ਼ ਦਾ ਸੇਮ, ਲੇਕਿਨ ਬੰਦੇ ਕੀ ਹੁੰਦੇ ਨੇ, ਬਦਲਦੇ ਰਹਿੰਦੇ ਨੇ, ਠੀਕ ਹੈ। ਦੈਟ ਸੇਮ ਵੇ ਅਬੀਮਲਕ ਵਾਜ਼ ਅ ਟਾਈਟਲ, ਲੇਕਿਨ ਇਹ ਸਟੋਰੀ ਦੇ ਵਿੱਚ ਬਾਦਸ਼ਾਹ ਦਾ ਨਾਂ ਦੱਸਿਆ ਹੋਇਆ ਵਾ। ਬਾਦਸ਼ਾਹ ਦਾ ਨਾਂ ਕੀ ਦੱਸਿਆ ਵੇ? ਦਾਊਦ ਉਠਾ और साउल के खौफ से भागा और जात के बादशाह अकीस के पास। लो जी, इंटरेस्टिंग स्टोरी वेखो जरा बंदे ने ਜਿਹੜਾ ਮੁਲਕ ਦਾ ਸੂਰਮਾ ਉਹਨੇ ਮਾਰਿਆ ਵੇ। ਜੂਲੀਅਤ ਕਿੱਥੋਂ ਦਾ ਸੀ? ਜਾਤ ਦਾ ਰਹਿਣ ਵਾਲਾ ਸੀ ਨਾ, ਇਸ ਲਈ ਉਹਨੂੰ ਜਾਤੀ ਜੂਲੀਅਤ ਕਿਹਾ ਜਾਂਦਾ ਵੇ, ਠੀਕ ਹੈ। ਜਿਵੇਂ ਅਸੀਂ ਕਹਿੰਦੇ ਨਾ ਸਿਆਲਕੋਟੀ ਜਾਂ ਲਿਆਸ ਕਸ਼ਮੀਰੀ ਜਾਂ ਫਲਾਣਾ ਬੰਦਾ ਸੰਸਾਰਪੁਰੀਆ ਤੇ ਫਲਾਣਾ ਜਨਾਬ ਫਿਰੋਜ਼ਾਬਾਦੀਆ, ਫਲਾਣਾ, ਮਤਲਬ ਵੀ ਪੁੱਟ ਨੇਮ ਆਫ ਦਾ ਸਿਟੀ ਐਟ ਦਾ ਐਂਡ ਆਫ ਦਾ, ਤਾਂ ਕਿ ਲੋਕੀ ਪਛਾਣ ਜਾਣ ਕਿ ਯਾਰ ਬੰਦਾ ਕਿੱਥੋਂ ਦਾ, ਠੀਕ ਹੈ ਨਾ। ਅੱਛਾ, ਹੁਣ ਜੂਲੀਅਤ ਜਿਹੜਾ ਸੀ, ਜੁਲੇਤ ਜਿਹੜਾ ਸੀ, ਹੀ ਵਾਜ਼ ਫਰਮ ਜਾਤ। ਔਰ ਦਾਊਦ ਦੇ ਕੰਮ ਵੇਖੋ ਕਿ ਆਪਣੀ ਜਾਨ ਬਚਾਉਣ ਵਾਸਤੇ ਉਸੇ ਮੁਲਕ, ਉਸੇ ਬਾਦਸ਼ਾਹ ਦੇ ਮੁਲਕ ਚਲਾ ਗਿਆ ਵੇ ਜਿੱਥੋਂ ਦਾ ਉਹਨੇ ਸੂਰਮਾ ਮਾਰਿਆ, ਹੈ ਨਾ। ਵੇਖੋ ਮਤਲਬ ਇਨਸੈਨਿਟੀ ਦੀ ਹੱਦ ਵੇਲੋ, ਜਾਂ ਇਹਨੂੰ ਕਹੋ ਕਿ ਖੁਦਾ ਤੇ ਭਰੋਸੇ ਦੀ, ਜਾਂ ਆਪਣੀ ਸਮਾਰਟਨੈਸ ਕਹਿ ਲਓ, ਜਾਂ ਆਪਣੀ ਮੈਡਨੈਸ ਕਹਿ ਲਓ, ਠੀਕ ਹੈ ਨਾ। ਇਹਨੇ ਜਿਨ੍ਹਾਂ ਨਾਲ ਜੰਗ ਲੜ ਕੇ, ਜਿਨ੍ਹਾਂ ਨਾਲ ਸੂਰਮਾ ਮਾਰ ਕੇ ਉਹ ਹੀਰੋ ਬਣਿਆ ਵੇ, ਇੰਨੇ ਫਾਲੋਅਰ ਲੈ ਗਿਆ ਵੇ, ਉਹਨਾਂ ਦੇ ਮੁਲਕ 'ਚ ਆਪਣੀ ਜਾਨ ਬਚਾਉਣ ਟੁਰ ਗਿਆ, ਠੀਕ ਹੈ। ਇੰਟਰਸਟਿੰਗ ਡੇ। ਅੱਛਾ, ਉਦੋਂ ਸਿਪਾਹੀਆਂ ਤੋਂ ਲੋਕਾਂ ਪਛਾਣ ਲਿਆ। ਉਹਨਾਂ ਕਿਹਾ ਉਹ ਭਾਈ ਇਹ ਤੇ ਉਹੀ ਟਵਿੱਟਰ ਸਟਾਰ ਹੈ, ਇਹ ਤੇ ਉਹੀ ਜਨਾਬ ਆਪਣਾ ਟਿਕਟੌਕ ਸਟਾਰ ਹੈ, ਤੇ ਇਹ ਤਾਂ ਜਨਾਬ ਉਹੀ ਬੰਦਾ है। ਉਹਨਾਂ ਫੜ ਲਿਆ, ਉਹਨਾਂ ਕਿਹਾ ਜੀ ਇਹ ਤੇ ਉਹੀ ਬੰਦਾ है। और 21 के मुलाजमों ने कहा क्या यही इसराइलियों का मुल्क का बादशाह दाऊद नहीं है? वो कहें जी वो ऐसे वही बंदा है। क्या उसी के यहाँ नाचते वक्त गा गा कर उन्होंने आपस में नहीं कहा था कि साउल ने तो हजारों को पर दाऊद ने लाखों को मारा। दाऊद दे साउल दे हजारां फॉलोअर ते दाऊद दे ते लाखां मिलियंस फॉलोअर। वो जनाब है भी बंदा फड़ो इनू। दाऊद डर गया, ठीक है ना, डर गया। कलाम में लिखा वे एंड देन ही प्रैंक्ड
then he ਐਕਟਿੰਗ ਉਹਨੇ ਜਿਹੜੀ ਨਾ ਉੱਥੇ ਔਰ ਐਕਟਿੰਗ ਵੇਖ ਲਓ ਕੈਸੀ ਕੀਤੀ ਹੈ। ਆ ਮੈਨੂੰ ਘੜੇ ਮੁੜੇ ਫਿਲਮ ਗਜਨੀ ਯਾਦ ਆ ਜਾਂਦੀ ਹੈ, ਠੀਕ ਹੈ ਨਾ। ਉਹ ਜਨਾਬ ਪਾਗਲਪਨ ਦੀ ਜਿਹੜੀ ਐਕਟਿੰਗ ਹੈ, ਜਾਂ ਮੈਡ ਹੋ ਜਾਣਾ ਜਾਂ ਸਾਈਕੋ ਹੋ ਜਾਣਾ। ਫਿਲਮ ਜੋਕਰ ਆਈ ਸੀ, ਮਤਲਬ ਬੜੇ ਅੱਛੇ ਅਦਾਕਾਰ ਨੇ। ਜੋਕਰ ਫਿਲਮ ਦੇ ਵਿੱਚ ਸਾਈਕੋ ਇੱਕ ਜਿਹੜੀ ਆਈ ਸੀ ਕਰਦੇ ਨੇ, ਕਿਰਦਾਰ ਅਦਾ ਕਰਦੇ ਨੇ। ਲੇਕਿਨ ਹੇਅਰ ਯੂ ਕੈਨ ਸੀ ਦੈਟ ਕਿੰਗ ਡੇਵਿਡ ਹੀ ਇਜ਼ ਪਰਫਾਰਮਿੰਗ ਐਜ਼ ਐਨ ਇਨਸੇਨ ਪਰਸਨ। ਔਰ ਨਾ ਸਿਰਫ ਹੈ ਬਲਕਿ ਥੋੜਾ ਜਿਹਾ ਦਾਊਦ ਦਾ ਵੇਖੋ ਹੁਲੀਆ ਵੇਖੋ। दाऊद डर गया और वो उनके आगे दूसरी चाल चला। हम चाल की चलिए उर्दू जी लिखा, उनके हाथ पढ़कर अपने आप उन्होंने हवाले कर दिया। उन्होंने कहा हाँ जी आइए। लेकिन ही वॉज एक्टिंग लाइक नंबर 1। एक तो लकीर खिंचन लगा है, नौंदरा नहीं मारते, एवं लकीर मारना शुरू हो गया, काउंटिंग करनी शुरू हो गया, ठीक है। प्लस वो अपना थुक, अपनी राड़ा, अपनी दाढ़ी ते वगाना शुरू हो गया ना। मतलब कैन यू बिलीव दैट? जस्ट इमेजिन द सीन, ठीक है ना, कि दाऊद ने किड्डी स्ट्रॉन्ग और किड्डी परफेक्ट अदाकारी की है, ठीक है ना। अब आउट ऑफ फियर कह लो, आउट ऑफ इंसेनिटी कह लो, आउट ऑफ मैडनेस कह लो, वट एवर, स्मार्टनेस, मैडनेस, वट एवर यू कॉल इट। वो जो लै गए ना बादशाह कहते लो मेरे को पागल अगे भरे पे ने, तुम एक पागल और फड़ के लै आए हो। कौन कहता बनी इसराइल का बादशाह वे? कौन कहता वे क्या उस मुल्क का बादशाह? लै जाओ मेरे को दूर कर दो, तुम एक और बंदा फड़ के लै आए हो। क्योंकि उदों तस्वीर होंदियां नहीं सन, सोशल मीडिया अकाउंट नहीं होंगे, पासपोर्ट तस्वीर नहीं होंदियां, इंटरनेट नहीं सी, एक्सचेंज नहीं सी, लोगों को पता कोई नहीं सी कि जनाब किहड़ा बंदा कौन है, उसकी पहचान किवें करिए, सिवाय जिन्होंने ने इन परसन वेख्या हुंदा सी। वी आर टॉकिंग अबाउट आलमोस्ट 3000 ईयर्स ओल्ड स्टोरी। सो मेरे जीजो असीं वेखदे कि दिस इज़ अ बैकग्राउंड, ठीक है, कि दाऊद गारां दे विच जाके छुपिया। जो उन्हें कढ़ दिता तो दाऊद का टोला सारा जाके ते जिहड़ियां गारां बनियां उस इलाके दे विच, उन्हां दे विच जाके दे सैटल डाउन, ठीक है। तो वेख्या होएगा ना पुरानी फिल्मां दे विच भी, शोले फिल्म दे विच भी, ते जनाब होर फिल्मां दे विच भी, वो जिहड़े डाकू हुंदे हैं सारे कित्थे जाके रहिंदे हन? गारां दे विच। ते जनाब मार अपना पुरानी फिल्मां दे विच अपने अड्डे बना के जंगलां दे विच गारां दे विच रहिंदे। सो किंग डेविड ही सैटल्ड विद तकरीबन मेरे ख्याल है कोई 300 या 400 के करीब एक नंबर है जिहड़े हैं ना सारे आउटलाज जिन्ने सन, नट्ठे होए फ्यूजिटिव्स, जिन्हां दे सिरां ते नाम लगा सी, डाकू चोर लुटेरे ये वो सारे उन्होंने सारा दाऊद नूं अपना सरदार। ते दाऊद की अपनी एक आर्मी बन गई 400-500 लोगों की, जिहड़े कि सारे दाऊद के अंडर काम करते हैं, या दे ऑलवेज फॉलो किंग डेविड बिकॉज ही वॉज वॉरियर, ही वॉज ट्रेंड वॉरियर, ठीक है ना। सो असीं वेखदे जी कि दैट वाज द बैकग्राउंड जिहदे बारे सानूं दस्सिया गया वे। नाउ लैट्स गो टू द टैक्सट, ठीक है जी। टैक्सट दे विच असीं पढ़ने जी हुण इस बैकग्राउंड नूं ध्यान च रख के ते दाऊद दा जरा जबूर जिहड़ा वे ना, ए तुसीं जरा ओहदे वर्डिंग और ओहदा जरा ना ओहदे फेथ और ओहदे खुदा दे नाल कनैक्शन दे उत्ते जरा गौर करियो। हुण नंबर 1 असां जी जबूर नूं अज तकसीम कीता वे फर्क अंदाज दे नाल। मोस्टली असीं जो जबूर नूं तकसीम करने आ ਉਹਦੇ ਵਿੱਚ ਸਲਾਹ ਹੁੰਦਾ ਵੇ ਜਿਹੜਾ ਸਾਨੂੰ ਹੈਲਪ ਕਰਦਾ ਵੇ ਕਿ ਅਸੀਂ ਆਊਟਲਾਈਨ ਦੇ ਸਕੀਏ। ਇਹਦੇ ਵਿੱਚੋਂ ਕਿ ਸਲਾਹ ਕੋਈ ਨਹੀਂ ਹੈ, ਇਸ ਲਈ ਅੱਜ ਅਸੀਂ ਜਿਹੜੀ ਆਊਟਲਾਈਨ ਫੋਲੋ ਕਰਾਂਗੇ ਉਹ ਆਊਟਲਾਈਨ ਅਸੀਂ ਫੋਲੋ ਕਰਨ ਡਏ ਆ ਜਿਹੜੀ ਕਿ ਪੰਜਾਬੀ ਜ਼ਬੂਰ ਦੇਸੀ ਰਾਗਾਂ ਦੇ 1908 ਦਾ ਜਿਹੜੀ ਟੀਮ ਸੀ ਉਹਨਾਂ ਨੇ ਜਿਹੜੇ ਇਹਦੇ 4 ਹਿੱਸੇ ਮਿਊਜ਼ਿਕਲੀ ਕੰਪੋਜ਼ ਕੀਤੇ ਨਾ, ਅੱਜ ਅਸੀਂ ਉਸ ਤਰਤੀਬ ਨੂੰ ਲੈ ਕੇ ਚੱਲਾਂਗੇ, ਠੀਕ ਹੈ। ਸੋ ਉਹਦੀ ਤਰਤੀਬ ਦੇ ਮੁਤਾਬਕ ਪਹਿਲਾ ਹਿੱਸਾ ਪਹਿਲੀਆਂ 4 ਆਇਤਾਂ, ਦੂਜਾ ਹਿੱਸਾ 7 ਤੋਂ 10, ਤੀਜਾ ਹਿੱਸਾ 11 ਤੋਂ 17 ਤੇ ਚੌਥਾ ਹਿੱਸਾ ਵੀ 18 ਤੋਂ 22। ਔਰ ਚੌਹਾਨ ਸਾਹਿਬ ਸਾਡੇ ਨਾਲ ਇੱਕ ਇੱਕ ਹਿੱਸੇ ਦਾ ਸਥਾਈ ਅੰਤਰਾ ਸਾਡੇ ਨਾਲ ਗਾਈ ਹੋਣਗੇ। ਸੋ ਜੀ ਪਹਿਲਾ ਹਿੱਸਾ ਤੁਸੀਂ ਸੁਣਿਆ ਚੌਹਾਨ ਸਾਹਿਬ ਨੇ ਗਾਇਆ ਵੇ। ਚੌਹਾਨ ਸਾਹਿਬ ਜ਼ਰਾ ਇੱਕ ਸਥਾਈ ਅੰਤਰਾ ਦੁਬਾਰਾ ਜ਼ਰਾ ਪਹਿਲੇ ਹਿੱਸੇ ਦਾ ਗਾ ਦਿਓ ਤਾਂ ਕਿ ਜ਼ਰਾ ਮੈਮਰੀ ਸਾਡੀ ਫਰੈਸ਼ ਹੋ ਜਾਏ ਜੀ। ਪਹਿਲਾ ਹਿੱਸਾ ਜ਼ਬੂਰ 34 ਦਾ। मैं हर वेले रब नू मुबारक कहांगा, मैं हर वेले रब नू मुबारक कहांगा, मेरा मुँह सदा उसदी उस्तत करेगा, मेरा मुँह सदा उसदी उस्तत करेगा, मैं हर वेले रब नू मुबारक कहांगा, मेरी जान दा मन है रब दे उत्ते, गरीब लोके सुन के ते खुशियां करनगे, मैं हर वेले रब नू मुबारक कहांगा। थैंक यू जी। तो तुम वेख्या जी ਜਿਹੜੀ ਸਾਡੀ ਉਰਦੂ ਪੰਜਾਬੀ ਪੋਇਟਰੀ ਹੈ, ਠੀਕ ਹੈ ਨਾ, ਉਹਦੇ ਵਿੱਚ ਜਿਹੜਾ ਸਾਡਾ ਫੋਕਸ ਜਿਹੜਾ ਸਾਡੇ ਇਲਾਕੇ ਦੀ ਪੋਇਟਰੀ ਵਿੱਚ ਅਸੀਂ ਰਦੀਫ ਔਰ ਕਾਫੀਆ ਜਿਹੜਾ ਵੇ ਲਫ਼ਜ਼ਾਂ ਦਾ ਰਲਾਉਂਦੇ ਹਾਂ। ਗਜ਼ਲ ਦੇ ਵੀ ਐਂਡ ਦੇ ਬੋਲ ਇਕੱਠੇ ਰਲਣੇ ਚਾਹੀਦੇ ਨੇ, ਗੀਤ ਦੇ ਵੀ ਜਿਹੜੇ ਬੋਲ ਨੇ ਅਗਰ 2 ਮਿਸਰਿਆਂ ਦਾ ਵੇ 4 ਮਿਸਰਿਆਂ ਦਾ ਵੇ ਉਹਨੂੰ ਅਸੀਂ ਰਦੀਫ ਔਰ ਕਾਫੀਆ ਦੇ ਨਾਲ ਅਸੀਂ ਉਹਨੂੰ ਮਿਕਸ ਕਰਨੇ ਆ। ਹਿਬਰੂ ਪੋਇਟਰੀ ਆਈ ਤੇ ਨਹੀਂ ਸੀ। ਹਿਬਰੂ ਪੋਇਟਰੀ ਦੇ 3 ਵੱਡੇ ਕਰੈਕਟਰਿਸਟਿਕਸ ਨੇ। ਨੰਬਰ 1 ਜਿਹੜਾ ਕਰੈਕਟਰਿਸਟਿਕ ਹੈ
ਉਹ ਵੇ ਕਿ ਇਟ ਹੈਜ਼ ਅ ਪੈਰਲਲ ਥਾਟ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਪੈਰਲਲ ਥਾਟ ਨੇ ਕਿ ਮਤਲਬ ਇੱਕ ਹੀ ਕਨਸੈਪਟ ਨੂੰ ਉਹ ਮੁਖਤਲਿਫ ਵਰਬ ਯੂਜ਼ ਕਰਕੇ ਬਿਆਨ ਕਰਦੇ ਨੇ। ਦੂਜਾ ਹਿਬਰੂ ਪੋਇਟਰੀ ਦਾ ਜਿਹੜਾ ਇੰਪੋਰਟੈਂਟ ਕਰੈਕਟਰਿਸਟਿਕ ਕਿ ਉਹ ਵੇ ਕੰਟਰਾਸਟਿੰਗ ਕਨਸੈਪਟ, ਯਾਨੀ ਇੱਕ ਅਗਰ ਚੱਲਣ ਡਿਆ ਇੱਕ ਪਾਸੇ ਰਾਸਤਬਾਜ਼ ਦੇ ਕਰੈਕਟਰਿਸਟਿਕਸ ਨੇ ਤੇ ਇੱਕ ਪਾਸੇ ਸਰੀਰ ਦੇ ਨੇ। ਇੱਕ ਪਾਸੇ ਬਰਕਤ ਦੱਸੀ ਗਈ ਤੇ ਉਹਦੇ ਨਾਲ ਹੀ ਲਾਨਤ ਦੱਸੀ ਗਈ ਹੈ। ਇੱਕ ਪਾਸੇ ਅਜਰ ਹੈ, ਦੂਜੇ ਪਾਸੇ ਸਜ਼ਾ ਹੈ। ਸੋ ਐਂਡ ਜੀ ਦੀਜ਼ ਆਰ ਕੰਟਰਾਸਟਿੰਗ ਥਾਟ। ਇਹ ਜਿਹੜਾ ਜ਼ਬੂਰ ਹੈ, ਸਕਾਲਰਸ ਇਸ ਗੱਲ ਤੇ ਐਗਰੀ ਕਰਦੇ ਨੇ ਕਿ ਚੂੰਕਿ ਇਹਦੀਆਂ 22 ਆਇਤਾਂ ਨੇ ਔਰ 22 ਅਗਰ ਮੈਂ ਗਲਤੀ ਨਾ ਕਰਾਂ ਤੇ ਇਬਰਾਨੀ ਜਿਹੜੇ ਐਲਫਾਬੈਟਸ ਨੇ ਦੇ ਆਰ ਆਲਸੋ 22। ਸੋ ਇਹ ਹਿਬਰੂ ਦੇ ਵਿੱਚ ਸਕਾਲਰਸ ਕਹਿੰਦੇ ਨੇ ਕਿ ਜੀ ਇਹ ਐਕਰੋਸਟਿਕ ਪੋਇਟਰੀ ਹੈ। ਐਕਰੋਸਟਿਕ ਪੋਇਟਰੀ ਹੁੰਦੀ ਕੀ ਹੈ? ਐਕਰੋਸਟਿਕ ਪੋਇਟਰੀ ਉਹ ਵਾਲੀ ਪੋਇਟਰੀ ਹੈ ਕਿ ਜਿਹਦੇ ਵਿੱਚ ਤੁਸੀਂ ਅਲਿਫ, ਸਾਡੇ ਕੋਲ ਜਿਹੜਾ ਸੂਫੀਆਨਾ ਕਲਾਮ ਹੈ ਨਾ ਬੁੱਲੇ ਸ਼ਾਹ ਦਾ ਜਾਂ ਇਕਬਾਲ ਬਾਹੂ ਦਾ, ਉਹ ਇੰਜ ਅਲਿਫ ਅੱਲਾ ਚੰਬੇ ਦੀ ਬੂਟੀ, ਠੀਕ ਹੈ, ਬੇ ਬੰਦਗੀ, ਪੇ ਪਰਵਰਦਿਗਾਰ, ਮਤਲਬ ਇੰਜੋ ਅਲਿਫ ਬੇ ਪੇ ਤੇ ਟੇ ਇੰਜ ਕਰਕੇ ਉਹ ਕੀ ਕਰਦੇ ਨੇ ਕਿ ਐਕਰੋਸਟਿਕ ਪੋਇਟਰੀ ਇੱਕ ਹਰੂਫ ਦੇ ਬਾਅਦ ਦੂਜੇ ਹਰੂਫ ਤੋਂ ਲਫ਼ਜ਼ ਸ਼ੁਰੂ ਹੁੰਦਾ, ਦੂਜਾ ਮਿਸਰਾ ਦੂਜੇ ਹਰੂਫ ਤੋਂ ਸ਼ੁਰੂ ਹੁੰਦਾ ਵੇ। ਇੰਜ ਹੀ ਜਿਹੜੀ ਐਕਰੋਸਟਿਕ ਪੋਇਟਰੀ ਹੈ ਤੁਹਾਨੂੰ ਵੇਖਿਆ ਹੋਏਗਾ ਜ਼ਬੂਰ 119 ਜਿਹੜਾ ਵੇ ਨਾ, ਉਹ ਤੁਹਾਨੂੰ ਵੇਖਿਆ ਹੋਏਗਾ ਕਿ ਅਲਿਫ 8 ਆਇਤਾਂ, ਫਿਰ ਬੇਤ 8 ਆਇਤਾਂ, ਫਿਰ ਗੀਮਲ 8 ਆਇਤਾਂ, ਪੂਰੇ ਹਰੂਫ ਤਹਜੀ 22 ਦੇ 22 ਪਾਰਟ ਜਿਹੜੇ ਨਾ ਉਹਨੂੰ ਪੇਸ਼ ਕਰਦੇ ਨੇ। ਇੰਜ ਹੀ ਇਹ ਜ਼ਬੂਰ ਦੇ ਬਾਰੇ 'ਚ ਵੀ ਕਿਹਾ ਜਾਂਦਾ ਵੇ ਇਟਸ ਅ ਐਕਰੋਸਟਿਕ ਪੋਇਟਰੀ, ਯਾਨੀ ਅਲਿਫ ਫਿਰ ਬੇਤ ਫਿਰ ਗੀਮਲ 22 ਹਿੱਸੇ ਨੇ। ਲੇਕਿਨ ਇਹਦੇ ਵਿੱਚ ਜਿਹੜਾ ਆਇਤ ਨੰਬਰ 15 ਜਿਹੜੀ ਹੈ ਨਾ ਉੱਥੋਂ ਆਨਵਰਡ ਅਗਰ ਜਾਈਏ ਤਾਂ ਸਾਨੂੰ ਕੰਟਰਾਸਟਿੰਗ ਥਾਟ ਵੀ ਮਿਲਦੇ ਨੇ। ਸੋ ਆਈ ਐਮ ਨਾਟ ਗੋਇੰਗ ਡੀਪਲੀ, ਲੇਕਿਨ ਮੈਂ ਸਿਰਫ ਤੁਹਾਨੂੰ ਦਾ ਸਟਰਕਚਰ ਦੱਸਣ ਡਿਆ ਵਾਂ ਕਿ ਇਹਦਾ ਪੋਲੀਟੀਕਲ ਫਾਰਮ ਔਰ ਸਟਰਕਚਰ ਕੀ ਹੈ ਇਸ ਜ਼ਬੂਰ ਦਾ। ਓਕੇ ਜੀ, ਨਾ ਸੋ ਪਹਿਲੀਆਂ ਜਿਹੜੀਆਂ 3 ਆਇਤਾਂ ਨੇ ਅਗਰ ਅਸੀਂ ਨੂੰ ਵੇਖੀਏ, ਪਹਿਲੀਆਂ 2 ਅਗਰ ਫੋਲੋ ਕਰੀਏ, ਜਿਹੜੀ ਅਸਾਂ ਵੰਡ ਪਾਈਏ, ਆਊਟਲਾਈਨ ਬਣਾਈਏ ਚੌਹਾਨ ਸਾਹਿਬ ਦੇ ਜਿਹੜਾ ਜ਼ਬੂਰ ਗਾਏ ਗਏ ਨੇ ਜਾਂ ਜਿਹੜੇ ਪਾਦਰੀ ਇਮਾਮੁਦੀਨ ਸ਼ਹਬਾਜ਼ ਸਾਹਿਬ ਦੀ ਟੀਮ ਸੀ, ਮੈਂ ਸਿਰਫ 2-3 ਕਨਸੈਪਟ, ਆਈ ਐਮ ਨਾਟ ਗੋਇੰਗ ਵਰਸ ਬਾਈ ਵਰਸ, ਇਟਸ ਟੂ ਲੌਂਗ ਔਰ ਇੰਨਾ ਟਾਈਮ ਨਹੀਂ ਸਾਡੇ ਕੋਲ, ਮੈਂ ਸਿਰਫ ਚੰਦ ਇੱਕ ਮੇਨ ਕਨਸੈਪਟ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਹਦੇ ਵਿੱਚੋਂ। ਨੰਬਰ 1 वो कहना जी मैं हर वक्त खुदावंद को मुबारक कहूँगा, उसकी सिताइश हमेशा मेरी ज़ुबान पर रहेगी। सो नंबर 1 ऑब्जेक्ट वर्शिप दा प्रेज दा ऑलवेज गॉड। मोस्टली मैं पिछले संडे भी अपने कलीसिया चर्चे सवाल पूछा सी सरमन सुनांदे कि व्हाट इज़ द मेन पर्पस ऑफ द चर्च की है। साडा ज़्यादा फोकस होंदा वे इंसाना उत्ते कि थल्ले इंसान जी कम्यूनिटी केयरिंग है जी, अपना जी मेनटेनेंस है जनाब, अस अपने लोगों की खबरगिरी करनी है जनाब, गरीबां इंगेज करना, बीमारां वास्ते दुआ करनी, मतलब एवरीथिंग फोकस ऑन अस, हु वी आर, व्हाट वी नीड। जद कि वर्शिप द मेन ऑब्जेक्ट असी नहीं हाँ, वो खुदा दी ज़ात है। इसलिए ज़बूर नवीस और खुदा का कलाम बार बार सानू याद दिलाता है कि खुदावंद के लिए गाओ, काम या कलाम जो भी करते हो खुदावंद के लिए करो, फॉर टू ग्लोरीफाई गॉड। सो साडी वर्शिप और इबादत का फोकस असी आप नहीं बल्कि कौन होना चाहिए, वो खुदा होना चाहिए, ठीक है ना। बहुत सारे लोग ने वो चर्च जाते ना, या मैंने कई लोग कहते पर साहब अज गीतां का मज़ा नहीं आया, अज कलाम का मज़ा नहीं आया, अज इबादत, ओ भाई तुम मज़ा लैन गए हो, तुसी उत्थे गए हो खुदा नाल मुलाकात करन और तुसी खुदा दे नाम नूं जलाल देन गए हो, ठीक है ना। सो फोकस इज नॉट अस व्हाट वी आर रिसीविंग फ्रॉम देयर, फोकस इज व्हाट वी आर ऑफरिंग टू गॉड। सो दैट इज द मेन कॉन्सेप्ट। तुहाडा पर्सपैक्टिव चेंज कर दिंदा वर्शिप दे बारे च, प्रेज दे बारे च, ठीक है ना। इट इज नॉट हु वी आर परफॉर्मिंग। असी उत्थे वेने कि अच्छा जी क्वायर ने किड्डा अच्छा गाया, अच्छा जी फलाने सिंगर ने किड्डा अच्छा गाया, अच्छा जी म्यूजिक, भाई दैट्स फाइन, these all should be consideration, but these are secondary issues. The primary focus जिहड़ा वे खुदा दी ज़ात है। प्राइमरी फोकस है वे कि मैं उत्थे जो खुदा दी ज़रूरी च खुदा दे लोकां च या जमात च बैठा वां, मेरा कनैक्शन खुदा नाल रलिया कि नहीं, मेरे थॉट खुदा दे नाल रले कि नहीं, मेरा कनैक्शन बनया कि नहीं खुदा दे नाल, ठीक है ना। सो दैट्स द मेन। इसलिए ज़बूर नवीस इत्थे की कह रहा है, दाऊद कहना मैं हर वक्त आंदा भावें कोई भी वेला वे, किसी भी तरह के हालात ने, सर्कमस्टेंसिस आउटर कुछ भी ने, आई ऑलवेज प्रेज ब्लैस गॉड। और गॉड से खुदावंद लफ्ज जड़ा आएगा, अगे भी असीं गल करना है कि जिथे भी लफ्ज LORD इंग्लिश कैपिटल लॉर्ड, और साडे कोल उर्दू दे विच इत्थे खुदावंद, पंजाबी च की जी तुहाडे कोल उत्थे यहोवा लिखिआ, की लिखिआ? मैं हर वक्त परमेश्वर लिखिआ, की लिखिआ? थोड़ा माइक बंद जे। यहोवा नू मुबारक आखांगा। तुहाडे कोल यहोवा, तुहाडे कोल की है जी? मैं हमेशा प्रभु दा धन्यवाद करदा। प्रभु दा, ठीक है। सो यहोवा डायरेक्ट ट्रांसलेशन, प्रभु
खुदावंद इंग्लिश LORD कैपिटल लॉर्ड। एक्चुअली दिस इज ऑल ट्रांसलेशंस ऑफ रियल नेम ऑफ गॉड याहवे। यहोवा जिहड़ा खुदा दा पर्सनल नाम है। खुदा जो मूसा ने ज़ाहिर होया वे जिथे खुदा ने अपने नाम का मुकाशफा दिता वे उत्थे खुदा ने कहा वे जी कि मैं तेरे बाप दादा इब्राहिम इज़ाक और याकूब के उत्ते एल शड्डाई के तौर पर ज़ाहिर होया सा जिहड़ा कादर मुतलक खुदा वे। सो आई अपीयर, मैं अपना रेवलेशन दिता सी एज एल शड्डाई, यानी मेरा जिहड़ा करैक्टर है कादर मुतलक होंदा, लेकिन मैं तेनू मैं अपना पर्सनल नाम दे रहा वा एंड दैट इज यहोवा, याहवे। So that is the personal name of God. So दाऊद जी करना कि मैं खुदावन की सताइश करूंगा, he is addressing the personal God with the personal relationship, based on personal relationship। जो हवा मुबारक कवांगा हमेशा मेरी जुबान पर, और अगे मेरी रूह, ओहो आंदा जी मेरी रूह खुदावन पर फखर करेगी। फखर जब ना वेखो मैंने तो पौलुस रसूल की गल याद आउंदी है। आंदा जी कोई किसी दे इस गल ते घमंड ना करे जी कि किड्डा कोई बड़ा बड़ा जुगातरी है, कोई वड्डा आलम है, तो कोई जनाब बड़ी कोई शै है, बड़ा कोई लीडर है। नो नो, आंदा जेड़ा फखर करे वो इस चीज़ ते फखर करे कि वो खुदावन दे विच कायम है। दैट इज़ द पॉइंट ऑफ बोस्ट, असीं खुदा दे विच बने हुए हैं। आंदा मेरी रूह खुदावन पर की करेगी, फखर करेगी। हलीम ये सुनकर खुश होंगे। हलीम और तो देखोगे मेरे को तर्जमा हलीम किया गया, लेकिन अ पर्सन हु आर हम्बल, दोज हु आर पुअर इन हार्ट, दोज हु हैव अ ह्यूमिलिटी इनसाइड, अंदर आजिज़ी इंकसारी है। ठीक है ना, इसलिए यीशु मसीह ने कहा सी कि ਜਿਹੜੇ हम्बल लोग ने वो जमीन के वारस होंगे। ठीक है ना, ਜਿਹੜੇ हम्बल ने, क्योंकि उन्होंने भरोसा उन्होंने सारा rely upon, they rely always upon God, not on their own family, on their resources, on their health, on their wealth, bank balance, nothing else. They always rely, totally dependent, have trust in Lord। इत्थों ते वेखोगे तीसरी आयत कहता जी मेरे साथ तो ओ होन आई तो हो रहा जी हम मिलकर। नाउ ही इज इनवाइटिंग कम्युनिटी। पर्सनल तो किथे गया होनो कम्युनिटी दे विच। ठीक है, हम सो बाइबल मुकद्दस बार बार सानू याद दिलांदी है कि गॉड इज ऑलवेज, जिहड़ा सानू हुक्म है ना, वो ऐ नहीं है कि मैं पर्सनल, मेरे जनाब मेरी पर्सनल आइडेंटिटी की है। असीं जिहड़ी दुनिया च रहने ना, एक्चुअली वैसटर्न वर्ल्ड है, इट इज़ सो मच नार्सिस्टिक और सैल्फ सेंटर्ड है। ये तो हर बंदे नूं अपनी पई हुंदी, मेरे कोल की है जी, मेरा मेरा मैं हर बंदा मैं ही करदा हुंदा इत्थे। ठीक है ना, इंडिविजुअलिटी बहुत ज़्यादा है। लोकी अपनी इंडिविजुअल आइडेंटिटी कम्युनिटी दे नाल, अपने घराने दे नाल, अपने कलीसिया दे नाल रल के बहना जिहड़ा वे ना, मतलब दैट इज़ अ बिग चैलेंज हेयर। दूजे नंबर ते साने असी चूंकि इमीग्रेंट कम्युनिटीज़ हाँ, सो असी घोगड़ कां, मतलब असी ना हाँ सांझ ना कावां च। ठीक है ना, उत्तों असी ब्राउन अंग्रेज़ हाँ। ठीक, कोकोनट जिन्होंने कहा किताब आई सी कोकोनट जिहड़े ना इमीग्रेंट असी हाँ, क्योंकि असी उत्तों ब्राउन हाँ, ब्लैक हाँ, अंदरों असी गोरे भी होंगे हाँ, क्योंकि वी लिव हियर, वी बॉर्न हियर, वी अंडर द मेजर कल्चर। ठीक है ना, वी ट्राई टू डू दैट, सो वी आर ऑलवेज हैंगिंग इन टू कल्चर्स। सो एक भी बड़ी साढ़े अंदर क्रिएटिव टेंशन पाई रही है। लेकिन वो की कह रहा जी हम, कम्युनिटी इज मोस्ट इंपॉर्टेंट थिंग, कि इंडिविजुअलिटी तो वी, हम मिलकर उसके नाम की क्या करें, तमजीद करें। देयर इज अ कॉन्सेप्ट ऑफ कम्युनिटी। आल्दो कोविड ने सानू सारिਆਂ ਨੂੰ ਮਹਿਸੂਰ ਕੀਤਾ ਹੈ। पिछले साल भी ਅਸੀਂ ਸਾਰੇ ਘਰਾਂ ਦੇ ਵਿੱਚ ਮਹਿਸੂਰ ਰਹੇ ਹਾਂ, ਬੰਦ ਰਹੇ ਹਾਂ और ਪੈਂਡੈਮਿਕ ਦੀ ਵਜ੍ਹਾ ਕਰਕੇ। लेकिन ਤੁਹਾਨੂੰ ਪਤਾ ਵੇ ਕਿ ਜੋ ਬਲੈਸਿੰਗ ਔਰ ਜੋ खुदा ਦੀ ਹਜ਼ੂਰੀ ਜਿਹੜੀ ਹੈ, खुदा ਦੇ ਨਾਲ ਕਨੈਕਸ਼ਨ ਜੋ ਕਮਿਊਨਿਟੀ ਦੇ ਨਾਲ ਮਿਲ ਕੇ ਹੁੰਦਾ ਵੇ ਨਾ, मतलब इंडिविजुअली जो मर्जी ਅਸੀਂ कर ਲਈਏ, वी कांट क्रिएट दैट कैपेसिटी। क्योंकि कलाम भी दसदा वे तू जो इसराइल की हमदो सना पर तख्त नशीन है, यानी कौम दी पूरी जमात इत्थे बैठी है, खुदावंद की जमात में खुदा मौजूद है। ठीक है, सो दैट्स द कॉन्सेप्ट ऑफ कम्युनिटी। ओके जी, पर्सनल तो यह बड़ा इंटरेस्टिंग होगा। चौथी आयत आंदे मैं खुदावंद का तालिब हुआ, उसने मुझे जवाब दिया और मेरी सारी दहशत से मुझे रिहाई बख्शी। इंटरेस्टिंगली याद आया हवाला, मतलब वो घबरा गया अंदरों कि यार एक तो मैं दुश्मन टैरीटरी दे विच हां, उत्तों जेहड़े बंदे मैं मारिया और तलवार भी मेरे कोल है, प्लस अपना मतलब मैं एक पिछे घर ले भी मेरे खिलाफ होए ने, उधरों मेरे घर दे भी मतलब मारन दे ने मैनू, मेरा मुल्क मेरे लोग मेरे खिलाफ हो गए ने, उत्तों जनाब मैं दूजे गैर मुल्क च आ गया, वो भी अगे दुश्मन ने, तो खुदावंद मैं की करा, फस गया वहाँ। ठीक है ना, so that's where we are, sometime we think कि जी असी फस गए हाँ, निकलन की कोई राह कोई नहीं है। ठीक है ना, और मतलब दाऊद दी वेखो वैसे एक गल बड़ी ना, वन ऑफ माई फेवरेट बिकॉज आई लव साम्स या जो भी है, लेकिन दाऊद वन ऑफ माई फेवरेट करैक्टर, मतलब वो सानू दसदा वे कि ही वॉज अ ह्यूमन बीइंग, वी आर ऑल ह्यूमन। असी अपने आप सारे असी अपना अक्स जिहड़ा वे ना, असी अपना इमेज दाऊद के करैक्टर च वेख सकते हैं।
ਠੀਕ ਹੈ ਨਾ। ਮਤਲਬ ਜਿੱਥੇ ਸਾਡਾ ਦਾਅ ਲੱਗਦਾ ਅਸੀਂ ਚੋਰੀ ਵੀ ਕਰ ਜਾਂਦੇ ਆ, ਝੂਠ ਵੀ ਮਾਰ ਜਾਂਦੇ ਆ, ਅਸੀਂ ਜਨਾਬ ਚਿਹਰੇ ਤੇ ਨਕਾਬ ਵੀ ਚੜ ਜਾਂਦੇ ਆ, ਅਸੀਂ ਇਮੀਟੇਟ ਵੀ ਕਰਨੇ ਆ, ਸਾਨੂੰ ਲੋਕੀ ਨਹੀਂ ਵੀ ਪਸੰਦ ਆਈ ਫਿਰ ਵੀ ਹੱਸ ਕੇ ਮਿਲਨੇ ਆ ਉਹਨਾਂ ਨੂੰ, ਠੀਕ ਹੈ। ਅੱਛਾ, ਕਈ ਜਗ੍ਹਾ ਸਾਨੂੰ ਅਦਾਕਾਰੀ ਵੀ ਕਰਨੀ ਪੈ ਜਾਂਦੀ ਹੈ, ਕਈ ਜਗ੍ਹਾ ਤੇ ਸਾਨੂੰ ਜਨਾਬ ਜਿੱਥੇ ਸਾਡਾ ਦਾਅ ਲੱਗਦਾ ਵੇ ਦਾਊਦ ਨੂੰ ਕਤਲ ਕਰਨਾ ਪੈ ਗਿਆ ਬਤਸਬਾ ਨਾਲ ਸ਼ਾਦੀ ਕਰਨ ਲਈ, ਉਹਨੇ ਉਹ ਵੀ ਕੰਮ ਨਹੀਂ ਛੱਡਿਆ, ਠੀਕ ਹੈ। ਮਤਲਬ ਹੀ ਇਜ਼ ਅ ਪਰਫੈਕਟ ਇਮੇਜ ਆਫ ਅ ਨਾਰਮਲ ਹਿਊਮਨ ਬੀਇੰਗ। ਲੇਕਿਨ ਜਿਹੜੀ ਉਹਦੀ ਵੱਡੀ ਗੱਲ ਸੀ ਨਾ ਉਹ ਕੀ ਸੀ कि when he realized कि उनको गलती हो गई है और उनको गुनाह हो गया, he always come to God with humility। ਉਹ ਨਾ ਸਿਰਫ ਕਨਫੈਸ਼ਨ ਕਰਦਾ ਸੀ ਬਲਕਿ ਖੁਦਾ ਕੋ ਮਾਫੀ ਮੰਗਦਾ ਸੀ, ਆਕੜਿਆ ਨਹੀਂ ਰਹਿੰਦਾ, ਰੀਜ਼ਨਸ ਨਹੀਂ ਦਿੰਦਾ, ਉਹਨੂੰ ਡਿਫੈਂਡ ਨਹੀਂ ਕਰਦਾ, he always accept his mistake। so that's why ਬਾਈਬਲ ਖੁਦਾ ਜੀ ਕਹਿੰਦਾ ਕਿ ਮੁਝੇ ਮੇਰੇ ਦਿਲ ਕੇ ਮੁਆਫਿਕ ਮਿਲ ਗਿਆ। ਮਤਲਬ ਐਸਾ ਬੰਦਾ ਕਿ ਜਿਹਨੂੰ ਖੁਦਾ ਨੇ ਲੱਗਾ ਕਿ ਮਤਲਬ ਕਿ ਇਹ ਬੰਦਾ ਜਿਹੜਾ ਵਾ ਨਾ ਇਹ ਪਰਫੈਕਟ ਐਗਜ਼ਾਮਪਲ ਹੈ ਸਾਡੇ ਸਾਰਿਆਂ ਵਾਸਤੇ। ਸੋ ਲਿਖਿਆ ਜੀ ਮੇਰੀ ਸਾਰੀ ਦਹਿਸ਼ਤ ਸੇ ਮੁਝੇ ਰਿਹਾਈ ਬਖਸ਼ੀ। ਸਾਨੂੰ ਵੀ ਕਈ ਸ਼ਾਵਾਂ ਦਹਿਸ਼ਤ ਦਾ ਕਰ ਦਿੰਦੀਆਂ ਨੇ, ਭਾਵੇਂ ਹੈਲਥ ਇਸ਼ੂ ਹੈ, ਭਾਵੇਂ ਫਾਈਨੈਂਸ ਹੈ, ਭਾਵੇਂ ਰਿਲੇਸ਼ਨਸ਼ਿਪ ਹੈ, ਭਾਵੇਂ ਨੌਕਰੀ ਹੈ, ਭਾਵੇਂ ਤਨਖਾਹ ਹੈ, ਵਟ ਐਵਰ, ਸਾਨੂੰ ਬਹੁਤ ਸਾਰੀ ਚੀਜ਼ਾਂ ਘੇਰ ਲੈਂਦੀਆਂ, ਦਹਿਸ਼ਤ ਦਾ ਕਰ ਦਿੰਦੀਆਂ ਨੇ। ਲੇਕਿਨ ਦਾਊਦ ਕਹਿ ਰਿਹਾ ਜੀ कि मैं खुदावंद का तालिब हुआ और उसने मेरी सारी दहशत से मुझे की बख्शी, रहाई बख्शी। तो ही वॉज ऑलवेज चिल। परेशानी होंगी है ऑब्वियसली, मतलब वी ऑल इन ह्यूमन बीइंग साइकोलॉजिकली प्रैशर असी लेने और असी परेशान भी हो जाने, असी जनाब फ्रस्ट्रेट भी हो जाने, पैनिक भी हो जाने। लेकिन जो सानू यह पता होंदा ना कि साडा एंकर खुदा दे विच है एंड वी आर रूटेड और असी खुदा दे तालिब होवांगे तो खुदा सानू कभी छड्डेगा नहीं। तो फिर साडा जिहड़ा आले दुआले जिहड़ी डार्कनेस है, जिहड़ी दहशत, जिहड़ा फीयर है, वो सारा का सारा नट जाता है, सारा गायब हो जाता है। इसलिए कहता जी उन्होंने हुण फिर वेखो जमा च आ गया, उन्होंने उसकी तरफ नजर की और पंजवीं आयत पढ़ो जरा की है जी पंजाबी च। अंकल जी पहला ग्रंथ कढ़ो जरा तुसीं, अंकल जी तुसीं ग्रंथियों का हवाला कढ़ो जरा। अच्छा जी, सिस्टर ज्योति जरा पढ़ो पंजवीं आयत की है। जिन्हां ने उस ते ध्यान कीता उन्हां चानना प्राप्त कीता, ਉਹ ਕਦੀ ਸ਼ਰਮਿੰਦਾ ਨਹੀਂ ਹੋਏ। ਜਿਨ੍ਹਾਂ ਉਹਦੇ ਵੱਲ ਧਿਆਨ ਕੀਤਾ ਉਹਨਾਂ ਚਾਨਣ ਪ੍ਰਾਪਤ ਕੀਤਾ। ਪ੍ਰਾਪਤ ਕੀਤਾ ਕੀ ਲਫ਼ਜ਼ ਹੈ? ਚਾਨਣ ਪ੍ਰਾਪਤ ਕੀਤਾ, ਪ੍ਰਾਪਤ ਕੀਤਾ। ਓਕੇ, ਇੱਥੇ ਉਰਦੂ ਚ ਲਿਖਿਆ ਜੀ जिन्होंने उसकी तरफ नजर की वो मतलब दे इनलाइटनड, मतलब वो मुनव्वर हो गए, मतलब चानਣ ਚਮਕ ਗਏ, ਠੀਕ ਹੈ ਨਾ। ਉਹਨਾਂ ਦੀ ਲਾਈਟ लेना रोशन हो गई। जी बत्ती बंद सी ना, डिसकनैक्शन सी, वो बत्ती की हो गई, खुल गई, ठीक है ना। वो ट्यूबलाइट इंजन होंगे ना डिम होंगे सी, ठीक है ना, वो एकदम और इंज फ्लैश लाइट सामने आ गए, ठीक है ना। ऐसे कॉन्सैप्ट ਨੂੰ ਤੁਸੀਂ ਵੇਖੋਗੇ ਪੌਲੁਸ ਰਸੂਲ ਜਿਹੜਾ ਵੇ ਉਹ ਜਦੋਂ ਬਿਆਨ ਕਰਦਾ ਵੇ ਖੁਦਾਵੰਦ ਯਿਸੂ ਮਸੀਹ ਦੇ ਮੁਕਾਸ਼ਫਾ ਦੇ ਨਾਲ। ਅੰਕਲ ਜੀ ਜ਼ਰਾ ਪੜ੍ਹਿਓ ਹਜ਼ਰਾ ਪਹਿਲਾ ਕਰੰਥੀਆਂ ਦੇ ਵਿੱਚ ਕੀ ਕਹਿ ਰਿਹਾ ਪੌਲੁਸ ਰਸੂਲ। अल्लाह के दूसरा में, हाँ जी पढ़ो हज़रत, रेफरेंस 10 के पढ़ो। दूसरा ग्रंथियों बाब ते 16वीं आयत, पर जहाँ कोई प्रभु दी वाकेगा तां ओ पर्दा चुफेरियों चुकिया जावेगा। हाँ जी 18वीं आयत ना पढ़ो जरा। हुण ओ प्रभु तां आत्मा है और जिथे किते प्रभु दा आत्मा है उथे ही आजादी है, पर असी सब अणकजे मुख नाल प्रभु दे तेज दा मानो शीशे विचों प्रतिबिंब वेखदे होए तेज तो तेज तीक जिवें प्रभु अर्थात उस आत्मा तो उस रूप विच बदलदे जांदे हां। ठीक है जी, पौलुस रसूल इत्थे जिक्र कर रहे हैं मूसा दा, ਜਦੋਂ मूसा खुदा ਨਾਲ ਮਿਲਦਾ ਸੀ ਨਾ ਤੇ ਕਲਾਮ ਇਹ ਲਿਖਿਆ ਨਾ ਕਿ ਜਦੋਂ ਬਾਹਰ ਨਿਕਲਦਾ ਸੀ ਖੈਮੇ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਉਹਦੇ ਚਿਹਰਾ ਐਡਾ ਬ੍ਰਾਈਟ ਹੁੰਦਾ ਸੀ ਕਿ ਜਨਾਬ ਬਨੀ ਇਸਰਾਇਲ ਜਾਂ ਬਾਕੀ ਲੀਡਰ ਜਿਹੜੇ ਨੂੰ ਮਿਲਦੇ ਹਨ ਉਹ ਮੂਸਾ ਦੇ ਚਿਹਰੇ ਤੇ ਨਿਗਾਹ ਨਹੀਂ ਹਨ ਕਰ ਸਕਦੇ। ਉਹ ਫਿਰ ਕਹਿੰਦੇ ਹਨ ਕਿ ਮੂਸਾ ਤੂੰ ਨਾ ਚਿਹਰੇ ਤੇ ਨਕਾਬ ਪਾ ਲਿਆ ਕਰ ਤਾਂ ਕਿ ਜਦੋਂ ਹਲਕਾ ਆਸਾ ਡਿਮ ਹੋਏਗਾ ਨਾ ਜਦੋਂ ਫਿਰ ਅਸੀਂ ਤੇਰੇ ਨਾਲ ਗੱਲ ਕਰਾ ਕਰਾਂਗੇ, ਸਾਨੂੰ ਫਿਰ ਦੱਸਿਆ ਕਰ। ਅੰਟਿਲ ਦੈਨ ਵੀ ਕਾਂਟ ਲੁੱਕ ਐਟ ਯੂ, ਵੀ ਕਾਂਟ ਸਟ੍ਰੇ, ਸਾਡੀਆਂ ਅੱਖਾਂ ਨਹੀਂ ਖੁੱਲਦੀਆਂ। ਪੌਲੁਸ ਰਸੂਲ ਉਸੇ ਇਮੇਜ ਨੂੰ ਗੱਲ ਕਰਨ ਡਿਆ ਵੇ ਕਿ ਜਿਵੇਂ ਮੂਸਾ ਦੇ ਮੂੰਹ ਤੇ ਪਰਦਾ ਪਿਆ ਸੀ ਨਾ, ਇੰਝ ਹੀ ਜਿਹੜੇ ਲੋਕੀ ਕਲਾਮ ਨੂੰ ਨਹੀਂ ਮੰਨਦੇ ਉਹਨਾਂ ਦੇ ਦਿਲ ਤੇ ਪਰਦਾ ਪਿਆ ਰਹਿੰਦਾ ਵੇ। लेकिन वो की कहता वे, लेकिन जब कभी उनका दिल खुदा उनकी तरफ फिरेगा तो फिर वो पर्दा की हो जाएगा, उठ जाएगा। और जो पर्दा उठ जाएगा ना वो की हो पंजाबी इंडियन फिल्म की एक कवाली है ना, केड़ा अंकल जी वो की हो पर्दा है पर्दा, हाँ पर्दे में यही है ना, पर्दे में चौहान साहब यार तो कोई सुनी है की और अगला बोल की है जरा मैं रिलेट करना चाह रहा।
पर्दे के पीछे नहीं, वो है कि पर्दा है पर्दे के पीछे पर्दा नशी है। हाँ पर्दा नशी क्यों मैं। हाँ जी, वहां पर्दा जो उठ गया ना तो फिर बड़ा बड़ा भूचाल आ जाएगा। हाँ ठीक जी, है, पर्दा ना कॉन्सेप्ट है मतलब दे आर कॉलिंग अबाउट अ ह्यूमन ब्यूटी या फीमेल ब्यूटी चेहरे दी। लेकिन इत्थे पौलुस रसूल गल करन दिया वे कि जनाब आंदा है कि पर्दा उठ जाएगा फिर। और अगर 18वीं आयत, मगर जब हम अपनी गल करन दिया, हम सबके बेनकाब चेहरों से, वो कहता जी कि साढ़े कई लोगों ने दिलों से पर्दा पिया, कई ने चेहरों से पर्दा पिया वे, ठीक है ना। वो कहता लेकिन जदों बेनकाब हो जावांगे ना जो साढ़े चेहरों के विचों, तो फिर खुदावंद का जलाल, फिर आंदा साड़ा नहीं, फिर किदा खुदावंद का जलाल इस तरह मुनक्कस मतलब रिफ्लैक्ट करदा है। रिफ्लैक्ट होंदा है जिस तरह आईने में, जिवें शीशे दी नहीं चमक पैंदी धुप दे विच, पता कई बच्चे गेम खेडदे हुंदे हन, ठीक है, वो शीशा फड़ना निक्का टुटा, वो दूरों इंज लाइट मारनी, ठीक है ना। तो आंदा जी इंज इंज, क्योंकि और चमक इन्नी ज़्यादा पैंदी है, फ्लैश लाइट इन्नी ज़्यादा पैंदी है कि वी कांट सी दैट। आंदा जिस तरह आईना में, तो उस खुदावंद के वसीले से जो रूह है, हम उस जलाली सूरत में दर्जा बदर्जा बदलते जाते हैं। कैन यू सी दैट द होल प्रोसेस, दर्जा बदर्जा, जिवें ना फ्रॉम स्ट्रेंथ टू स्ट्रेंथ, जोर ते जोर पाते जाते हैं, फजल पर फजल, levels from darja ba darja. It's a whole process. Christianity, Christian character is a process. It's not a overnight के जनाब छाल मार के बस पहुंच जावांगे. It's a whole life process. So पौलुस ज़बूर में भी सानू कह रहा है जी, उन्होंने उसकी तरफ नजर की और की हो गए, चानन प्राप्त हो गया. They got light, they enlightened, मुनव्वर हो गए, और उनके मुंह पर कभी शर्मिंदगी ना आएगी. They will never see the darkness. शर्मिंदगी नहीं आएगी, उन्होंने मुंह लुकाना नहीं पड़ेगा. पंजाबी कहते ना साढ़े माशरे च, और जी यही बरादरी च मुंह वहान जोगे नहीं रहे हैं. और कई कहते जी साड़ी नक कट कती है, मतलब नक मूँह का हिस्सा ना, मतलब इट्स ऑल सिंबॉलिक लैंग्वेज कि जिहदे विच जिहड़ा ह्यूमन डिगनिटी है, जिहड़ी ह्यूमन इंटैग्रिटी है, जिहड़ी 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 साडी रिस्पैक्ट है कम्यूनिटी दे विच, उहनूं असीं इंटीग्रेट करने की कोशिश करने हैं. ओके जी, 6वीं आयत आंदा जी, इस गरीब ने दुहाई दी, खुदावन ने इसकी सुनी और इसके सब दुखों से, सारे दुखों तो बचा लिया, एक अद्धा भी नहीं. ठीक है, अच्छा ਇਹਦਾ मतलब है नहीं, देखो कई लोग ना ਅਸੀਂ यूज़ करने कि जी, और कई लोग गॉस्पल हैल्थ वैल्थ गॉस्पल भी पेश करते हैं कि जी तुसी अगर इन्ना खुदा नाल चलोगे, इन्ने हदिये दोगे, इन्ने जनाब ये करोगे, तुहाडे घर बीमारी नहीं आएगी, तुहाडे घर मुसीबतां नहीं होणगियां, तुहाडे घर कुछ नहीं होएगा, इंज नहीं होएगा. मतलब दिस इज़ ऑल नॉन बिबलिकल. ਇਹਦਾ कॉन्सैप्ट की है? ਇਹਦਾ कॉन्सैप्ट है वे कि साडा जिहड़े साडे आले दुआले दहशत है, जिहड़ी साडी आले दुआले फ्रस्ट्रेशन है, जिहड़ी साडी आले दुआले डार्कनेस है, ਉਹਦੇ ਬਾਰੇ ਸਾਡਾ ਪਰਸਪੈਕਟਿਵ ਚੇਂਜ ਹੋ ਜਾਏਗਾ. ਕਿਉਂ? ਕਿਉਂਕਿ ਜਿਹੜਾ ਪੀਸ ਹੈ, ਇਤਮਾਨਾਨ ਹੈ, ਤਸੱਲੀ ਹੈ, ਉਹ ਫਿਰ ਸਾਡੇ ਅੰਦਰੋਂ ਬਾਹਰ ਨਿਕਲਦੀ ਹੈ, ਫਿਰ ਸਾਨੂੰ ਬਾਹਰੋਂ ਨਹੀਂ ਲੈਣੀ ਪੈਂਦੀ, ਕਿਉਂਕਿ ਖੁਦਾ ਦਾ ਰੂਹ ਸਾਨੂੰ ਫਿਰ ਅੰਦਰੋਂ ਇਤਮਾਨਾਨ ਦਿੰਦਾ ਵੇ. ਔਰ ਸਾਡਾ ਬਾਹਰ ਦੀਆਂ ਮੁਸੀਬਤਾਂ, ਬਿਮਾਰੀਆਂ, ਤਕਲੀਫਾਂ ਦੇ ਬਾਰੇ ਸਾਡਾ ਕਨਸੈਪਟ, ਪਰਸਪੈਕਟਿਵ ਜਿਹੜਾ ਵੇ ਉਹ ਚੇਂਜ ਹੋ ਜਾਂਦਾ ਵੇ. क्योंकि वी सी दैन, ये पौलुस रसूल कहते हैं कि तमाम चीज़ें मिलकर खुदा से मोहब्बत रखने वालों के लिए भलाई पैदा करती हैं. ठीक है जी, ओके. सो यह मेन कॉन्सैप्ट नहीं जी स्टार्टिंग दे, एक और मेन वड्डा कॉन्सैप्ट जो तुहाडे सामने रखना चाहना वो भी फरिश्तियां दा. गार्जियन एंजल्स अहां बड़े सुने ने, ठीक है ना, कि जी है जनाब इहदा गार्जियन एंजल है जनाब, अदा कॉन्सैप्ट साढ़े सामने में. लेकिन तुसीं वेखोगे कि 7वीं आयत कह रही जी, खुदावन से डरने वालों की चारों तरफ उसका फरिश्ता खैमाजन होता है. इत्थों साडा सैकेंड पार्ट शुरू होया वे. चौहान साहब ने मैं रिक्वेस्ट करांगा कि सैकेंड पार्ट जी ट्यून है वो जरा सानू सुनान, जी ओरिजिनल 100 साल पुरानी ट्यून है जी कि पादरी मामदीन शहबाज साहब और उन्होंने टीम ने मिल के तैयार की सी. हाँ जी जी. ज़बूर 34 का दूजा हिस्सा, फरिश्ता यहोवा दा तंबू लगा के ओदा अंतरस्थाई. फरिश्ता यहोवा दा तंबू लगा के, फरिश्ता यहोवा दा तंबू लगा के, बचांदा है उन्हां नू जो उस्थों डरदे, बचांदा है उन्हां नू जो उस्थों डरदे. जरा चखो ते वेखो तुसीं भी यहोवा खुदा दी
अजब मेहरबानी फरिश्ता या हवा दा तंबू लगा के। थैंक यू जी। जरा पंजाबी पढ़ो जी। 8वीं आयत की शुरू हो रही है? यहोवा दा दूत। पढ़ो ब्रदर जी, पढ़ो 8वीं आयत। 8वीं। चखो ते वेखो भई यहोवा भला है। हाँ, थैंक यू जी। सो साडे कोल उर्दू तरजमे लिखा जी आजमा कर देखो। हुण ज़ाहिर है हुण चखना ते आजमाना मतलब किडे दो बिल्कुल टोटली इंटायर डिफरेंट स्पैक्ट हैं, ठीक है ना। मैनूं नहीं पता तर्जमा करने वाला क्यों तर्जमा किया जी आजमा कर वेखो, क्योंकि जेह्ड़े बेचारे जिन्हां नहीं पता वो बेचारे की करते हैं, लो जी वो तो लिखा जी खुदावन नूं आजमाओ, जबकि बाइबल कहती है खुदा नूं आजमाना नहीं है, मतलब दे कन्फ्यूज दैट वन, ठीक है ना। सो एक्चुअली लफ्ज़ जो कि चखो मतलब टेस्ट एंड सी, ठीक है ना। चखण का मतलब है कि जेड़े बंदे ने परसनल एक्सपीरियंस किया है, ठीक है ना। हम मैं तुहानूं कहंदा रवां कि जनाब जिहड़ी अफ्रीका दी जिहड़ी ब्लैक कॉफ़ी है ना, ठीक है ना, और ख़ास तौर ते कीनिया दी जिहड़ी है वो जनाब मैं चखी है, मैं कीनिया दे विच गया वां ते जनाब वाह वाह क्या बात है। तुसीं आखो नहीं तेनों की पता कीनिया दा, मतलब तू चखी नहीं तेनों की पता है। ओ भाई मैं उत्थे गया हाँ, मैं उत्थे रहा, मेरे को सबूत है, मैं ट्रैवल किया भी, मैं चखी मैनूं पता है, मैं तुहानूं दस्सण डे, ठीक है ना। हुण इंज ही जेह्ड़े लोग खुदा दा एथीइस्ट कहणगे ओ नहीं जी खुदा है ही कोई नहीं, ਉਹ ਜਿਹੜੇ ਲੋਕ ਨਹੀਂ ਮੰਨਦੇ ਜਿਹਦਾ ਐਕਸਪੀਰੀਅੰਸ ਕੋਈ ਨਹੀਂ, ਨਹੀਂ ਜੀ ਖੁਦਾ ਕੋਈ ਨਹੀਂ, ਨਹੀਂ ਜੀ ਖੁਦਾ ਇੰਜ ਨਹੀਂ ਕਰਦਾ ਜੀ ਖੁਦਾ। ਉਹ ਭਾਈ ਤੁਹਾਂ ਜਦੋਂ ਚੱਖੀ ਕੋਈ ਨਹੀਂ, ਉਹ ਕੀ ਆਂਦੇ ਨੇ ਜੀ ਬੰਦਰ ਕਿਆ ਜਾਣੇ ਅਦਰਕ ਦਾ ਸਵਾਦ, ਇੱਕ ਸਾਡਾ ਮੁਹਾਵਰਾ ਨਾ, ਠੀਕ ਹੈ ਨਾ। ਬਾਂਦਰ ਨੂੰ ਕੀ ਪਤਾ ਅਦਰਕ ਦਾ ਸਵਾਦ ਕੀ ਹੁੰਦਾ, ਜਿਹਨਾਂ ਲੋਕਾਂ ਅਦਰਕ ਦੀ ਚਾਹ ਪੀਤੀ ਉਹਨਾਂ ਨੂੰ ਪਤਾ ਅਦਰਕ ਕੀ ਸ਼ੈ ਵੇ, ਠੀਕ ਹੈ ਨਾ। ਸੋ ਉਹਨੂੰ ਕੀ ਪਤਾ ਹੈ। ਇੰਜ ਹੀ ਆ ਸਾਡੇ ਇੰਡੀਅਨ ਦੋਸਤ ਬੜੇ ਅੱਛੀ ਚਾਹ ਬਣਾਉਂਦੇ ਨੇ, ਅਸੀਂ ਪਾਕਿਸਤਾਨ ਦੇ ਨਿਰਾ ਮਿੱਠਾ ਹੀ ਘੋਲ ਕੇ ਪੀ ਜਾਂਦੇ, ਦੁੱਧ ਵਿੱਚ ਪਾਣੀ ਪਾਇਆ ਸਿੱਧਾ ਨਾਲ ਚਮਚ ਦੋ ਪਾਏ ਤੇ ਸ਼ੱਕਰ ਪਾਏ ਤੇ ਮਿੱਠਾ ਬਣਾ ਕੇ ਘੋਲ ਕੇ ਪੀ ਗਏ, ਠੀਕ ਹੈ ਨਾ। ਲੇਕਿਨ ਉਹ ਸੌਂਫ ਵਿੱਚ ਪਾਣੀ, ਫਿਰ ਅਦਰਕ ਅਗਰ ਬਿਮਾਰ ਹੈ ਬੰਦਾ ਥੋੜਾ ਜਿਹਾ, ਲਾਚੀ ਵਿੱਚ ਪਾਣੀ, ਠੀਕ ਹੈ ਨਾ। ਹੋਰ ਕੀ ਪਾਈਦਾ ਜੀ ਦੱਸੋ ਜ਼ਰਾ? ਅਜਵੈਣ। ਹਾਂ ਅਜਵੈਣ, ਜੇ ਪੇਟ ਖਰਾਬ ਹੋਇਆ ਹੋਏ ਤੇ ਕਿਉਂ ਅੰਕਲ ਜੀ? ਨਹੀਂ ਚਾਹ ਚ ਵੀ ਪਾ ਲੈਂਦੇ ਨੇ। ਅੱਛਾ ਚਾਹ ਚ ਪਾ ਲਈਦਾ, ਮਤਲਬ ਉਹ ਪ੍ਰੋਪਰ ਇੱਕ ਕਾਈਂਡ ਆਫ ਸੂਦਿੰਗ ਟਾਈਪ ਆਫ ਬਣਦੀ ਹੈ, ਕੋਈ ਸਿਰਫ ਮਿੱਠਾ ਨਹੀਂ ਹੁੰਦਾ, ਇਟਸ ਇਨਗਰੀਡੀਐਂਟ ਰਿਫਰੈਸ਼ਿੰਗ ਹੁੰਦੇ ਨੇ ਜਿਹੜੇ, ਠੀਕ ਹੈ ਨਾ। ਇੱਥੇ ਜ਼ਬੂਰ ਨਵੀ ਜਿਹੜਾ ਕਹਿਣ ਡਿਆ ਨਾ ਆਂਦਾ ਜੀ ਮੈਂ ਅਜ਼ਮਾਇਆ ਵੇ, ਆਈ ਹੈਵ ਪਰਸਨਲ ਐਕਸਪੀਰੀਅੰਸ, ਮੈਂ ਚੱਖਿਆ ਵੇ ਖੁਦਾ ਨੂੰ, ਆਈ ਹੈਵ ਪਰਸਨਲ ਐਕਸਪੀਰੀਅੰਸ। ਸੋ ਇਸ ਲਈ ਦਾਵਤ ਦੇ ਰਿਹਾ ਸਾਰਿਆਂ ਨੂੰ ਕਿ ਜਿਵੇਂ ਮੈਂ ਚੱਖਿਆ ਵੇ ਤੁਸੀਂ ਵੀ ਚੱਖੋ, ਆਓ ਵੇਖੋ ਕਿ ਖੁਦਾਵੰਦ ਕਿੱਡਾ ਮਿਹਰਬਾਨ ਹੈ। ਅੱਗੇ ਮੁਬਾਰਕਬਾਦੀ ਦੇ ਰਿਹਾ ਜੀ, खुदावन से डरो, मुकद्दस डर। अच्छा डर ना फर्क करना, मैं गल कर रहा था फरिश्तियां की, जेड़ा गार्जियन एंजल ना, खुदावन से डरने वालों की चारों तरफ, ठीक है जी, अप एंड डाउन, सराउंडिंग, लेफ्ट राइट टॉप बॉटम, खुदा दा फरिश्ता गार्जियन एंजल। कई लोग कहते हैं जी बाइबल इस मामले क्लीयर नहीं है कि वाकई गार्जियन एंजल होंगे ने कि नहीं होंगे ने, पता नहीं करते हैं कि नहीं करते। लेकिन सानू डायरैक्ट तो नहीं, लेकिन सानू कुछ प्रिंसिपल्स कुछ आइडिया जरूर मिलते हैं कि तो पता लगता है कि वाकई खुदावंत के डरन वाले जोड़े ने उन्होंने वास्ते खुदा के फरिश्ते उन्होंने नाल चलते हैं। और जोड़े ईमानदार लोग ने उन्होंने अपनी जिंदगी के कई जगह तो एक्सपीरियंस किया होना है कि उन्होंने डिवाइन गाइडेंस मिलती है, डिवाइन इंटरवेंशन मिलती है, उन्होंने भावें अंदरों ख्याल उठे या थॉट आए या कि बाहरों एक्सटर्नल मदद मिले, बट वी रियलाइज कि यार दिस इज़ डिवाइन इंटरवेंशन, साडा काम नहीं है, ठीक है ना। सो दो वाले ने नवे ऐतनामे दे विच जिसते फरिश्तियां दा जिक्र है। एक जगह खुदावन यसू मसीह ने जिक्र किया वे डायरैक्ट बच्चों के बारे च, और एक जगह जिहड़े तौबा करने वाले ने उन्होंने बारे च। सो एक एक हवाला जरा कड्डो जी, जरा मैथ्यू ते लूका वाला जरा हवाला दस के पढ़ियो जी। मैं पढ़ांगा मत्ती दी अंजील ਉਹਦਾ 18 ਬਾਬ ਤੇ 10ਵੀਂ ਆਇਤ। ਖਬਰਦਾਰ ਤੁਸੀਂ ਇਹਨਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸਵਰਗ ਵਿੱਚ ਉਹਨਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ। ओहो इंटरस्टिंगली। सो ये दो थॉट ने, कुछ लोग कहते हैं कि बच्चों की गल हो रही है, क्योंकि उत्थे लिखा हुआ कि जब माएँ बच्चों को खुदावन यसू मसीह के पास लाई तो उत्थे क्या है, लेकिन जिथे जिक्र है ना कि छोटियां तो मुराद है भी है कि जिहड़े लोग सोसाइटी दे विच जिन्हां लोकां नूं कुछ समझिया नहीं जाता, गुरबत की वजह कह लो, उन्होंने सोशल स्टेटस कह लो, इकोनॉमिक स्टेटस कह लो, वट एवर द रीजन, कि उन्होंने लोग ना समझते हैं कि एवं बस एवं लोग, इन्होंने की पता है, जाहिल लोग हैं, इन्होंने नहीं पता, ठीक है ना, या इन्होंने आइडिया को नहीं है की हो रहा है, उन्होंने बारे भी। सो दोवें कॉन्सैप्ट ने, बच्चे भी और
ਸਿੰਬੋਲਿਕਲੀ ਜਿੰਨਾ ਛੋਟਾ ਸਮਝਿਆ ਜਾਂਦਾ ਹੈ ਸੋਸਾਇਟੀ ਦੁਨੀਆ ਦੇ ਵਿੱਚ। ਕੀ ਕਿਹਾ ਗਿਆ ਵੇ ਕਿ ਜਿਹੜਾ ਕੋਈ ਇਹਨਾਂ ਨੂੰ ਹਕੀਰ ਜਾਣੇਗਾ, ਇਹਨਾਂ ਦੀ ਬੇਇੱਜ਼ਤੀ ਕਰੇਗਾ, ਠੀਕ ਹੈ ਨਾ, ਖੁਦਾ ਯਿਸੂ ਮਸੀਹ ਨੇ ਖਬਰਦਾਰੀ ਕੀ ਦਿੱਤੀ ਹੈ ਕਿ ਇਹਨਾਂ ਦੇ ਫਰਿਸ਼ਤੇ ਆਸਮਾਨ ਤੇ ਮੇਰੇ ਆਸਮਾਨੀ ਬਾਪ ਦਾ ਮੂੰਹ ਹਰ ਵੇਲੇ ਕੀ ਕਰਦੇ ਰਹਿੰਦੇ ਨੇ, ਦੇਖਦੇ। ਮਤਲਬ ਉਹਨਾਂ ਦੇ ਬਾਰੇ 'ਚ ਹੁਕਮ ਕੀ ਆ ਰਿਹਾ, ਹੁਣ ਉਹਨਾਂ ਦੇ ਬਾਰੇ ਕਮਾਂਡ ਕੀ ਮਿਲਣ ਰਹੀ ਹੈ, ਉਹਨਾਂ ਦੇ ਬਾਰੇ 'ਚ ਕੀ ਸਾਡੇ ਸਾਹਮਣੇ ਹੁਣ ਕੰਮ ਕੀ ਹੈ, ठीक है ना। क्योंकि एक और जगह से पढ़ते हैं कि खुदावंद के फरिश्ते उसके कलाम की आवाज़ सुनकर अमल करते हैं, ठीक है। इसी तरह पतरस मेरे ख्याल है यकूब लिखते हैं अपने खात दे विच, क्या ये वो खिदमत गुजार रूहें नहीं हैं जो निजात की मिरास पाने वालों के लिए भेजी जाती हैं। यानी वो रूहां जिहड़ियां ने फरिश्ते जिहड़े ने दे सेंड टू दोज हू हैव गिफ्ट ऑफ सल्वेशन, जिन्हां दे कोल मिरास है और खुदावंद दे विच शामिल ने, ठीक है जी। दूजा हवाला पढ़ांगे लूका दे विच, लूका 15 बाब 7वीं ते 10वीं आयत। मैं पढ़ांगा लूका दी अंजील ओदा 15 बाब 7 ਤੋਂ 10 आयत तक। मैं ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੌਬਾ ਕਰਨ ਦੀ ਲੋੜ ਬਹੁਤ ਖੁਸ਼ੀ ਹੋਵੇਗੀ। ਕਿਹੜੀ ਤੀਵੀ ਹੈ ਜਿਹਦੇ ਕੋਲ 10 ਅਠੰਨੀਆਂ ਹੋਣ, ਜੇ ਇੱਕ ਅਠੰਨੀ ਗਵਾ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਝ ਹਾਂਝ ਕੇ ਉਹਨੂੰ ਯਤਨ ਨਾਲ ਨਾ ਢੂੰਡੇ ਜਦ ਤੀਕਰ ਉਹਨੂੰ ਨਾ ਲੱਭੇ, ਔਰ ਜਾਂ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠੀਆਂ ਬੁਲਾ ਕੇ ਆਖਦੀ ਹੈ, ਮੇਰੇ ਨਾਲ ਆਨੰਦ ਕਰੋ ਕਿਉਂ ਜੋ ਮੈਂ ਆਪਣੀ ਗਵਾਚੀ ਹੋਈ ਅਠੰਨੀ ਲੱਭੀ ਹੈ। ਮੈਂ ਤੁਹਾਨੂੰ ਆਖਦਾ ਹਾਂ ਭਾਈ ਇਸੇ ਤਰ੍ਹਾਂ ਪਰਮੇਸ਼ਰ ਦੇ ਦੂਤਾਂ ਦੇ ਅੱਗੇ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਘਰ ਖੁਸ਼ੀ ਹੁੰਦੀ ਹੈ। ਠੀਕ ਹੈ ਜੀ। ਮਤਲਬ ਅਸਮਾਨ ਤੇ ਫਰਿਸ਼ਤੇ ਤੌਬਾ ਗੁਨਾਹਗਾਰ ਜੋ ਕਰਦਾ ਵੇ ਉਦੋਂ ਫਰਿਸ਼ਤੇ ਅਸਾਈਨ ਹੁੰਦੇ ਨੇ। ਉਹਦੇ ਬਾਅਦ ਜਿਹੜੇ ਬੱਚੇ ਜਿਹੜੇ ਛੋਟੇ ਲੋਕ ਨੇ ਉਹਨਾਂ ਵਾਸਤੇ ਇੱਥੇ ਜ਼ਬੂਰ ਨੂੰ ਵੀ ਕੀ ਕਹਿ ਰਿਹਾ, ਜਨਰਲਾਈਜੇਸ਼ਨ ਕਰਨ ਡਿਆ ਵੇ ਕਿ ਜਿੰਨੇ ਖੁਦਾ ਤੋਂ ਡਰਦੇ ਨਾ, ਜਿੰਨੇ ਖੁਦਾ ਖੌਫ ਲੋਕ ਨੇ, ਖੁਦਾ ਤਰਸ ਲੋਕ ਨੇ, ਔਰ ਖੁਦਾਵੰਦ ਯਿਸੂ ਮਸੀਹ ਦੀ ਅਸੀਂ ਐਜ਼ ਅ ਕ੍ਰਿਸਚਨ ਪਰਸਪੈਕਟਿਵ ਅਗਰ ਲਈਏ ਤੇ ਸਾਡੇ ਵਾਸਤੇ ਖੁਦਾ ਨੇ ਫਰਿਸ਼ਤੇ ਅਸਾਈਨ ਕੀਤੇ ਹੋਏ ਨੇ। ਸੋ ਦਿਸ ਇਜ਼ ਅਸ਼ੋਰਿਟੀ। खुदा का कलाम सानू दोबारा दसन दिया वा जी। ओके 9वीं आयत कहता जी खुदावंद से डरो मुकद्दसो, प्रॉमिस की है। मैं सिर्फ एक प्रॉमिस करांगा देन विल वाइंड अप। प्रॉमिस की है जी बब्बर के बच्चे, नंबर 1 क्योंकि जो उससे डरते हैं, डरन तो मुराद है नहीं कि मतलब खौफजदा हो गया कि कोई थाने का डंडा लैके बैठा है, नो इट्स अ रेवरेंस, इट्स नॉट फीयर कि जी फीयर जिहड़ा वे तुहानू पैनिक कर देगा, नो इट्स अ फीयर ऑफ रेवरेंस, ऑवनेस जिहड़ी है सानू खुदा दे अगे जिहड़ी है ना कि असीं हैरान हो जाने आ। वो कहंदे जी मुकद्दसो क्योंकि जो उससे डरते हैं उन्हें कुछ कमी नहीं है। बब्बर के बच्चे तो हाजतमंद और भूखे होते हैं पर खुदावंद के तालिब किसी नेमत के मोहताज ना होंगे। तो दिस इज अ प्रॉमिस जिदा खुदावंद यीशु मसीह ने भी जिक्र किया वे कि पहले उसकी बादशाही की तलाश करो तो फिर क्या खाएंगे, क्या पिएंगे, क्या पहनेंगे, फिर वो फिक्र तुहानू खत्म हो जाती। रीजन की है क्योंकि फिर तुसी अपनी फिजिकल नीड तो तुसी बेपरवाह हो जाते हो। तुहाडा फोकस मोर दैन बॉडी एंड फिजिकल अपीयरेंस दैन योर स्पिरिचुअल अपीयरेंस इन गॉड्स कोर्ट रूम। उत्थे किवें में दैट्स अ मेजर जिहड़ा वे ना प्रॉमिस जिहड़ा वे मैं सिर्फ 1-2 प्रॉमिस खत्म करांगा। 15वीं आयत च लिखिया जी खुदावंद की निगाह साधकों पर है। ठीक है जी। खुदावंद दी अखां खुदा दे लोकां ते ने, ओहदे कन उन्हां दे फरियाद ते लगे ने। ओके जी। ना कंट्रास्ट शुरू हो गया 15वीं आयत तो। ठीक है। तो तीसरा पार्ट सुनांगे जी 11वीं आयत तो चौहान साहब कोलों, 11वीं तो 17 आयत तक चौहान साहब जिहड़ा वे तीसरा पार्ट जबूर दा। आओ मुंडियो सुनो मैं सुनावा। तुसी भी ਇਹਨੂੰ ਧੁਨ ਨੂੰ ਸੁਣੋਗੇ ਹੈਰਾਨ ਹੋਗੇ ਕਿ ਜਿਹੜਾ ਹੈ ਨਾ ਅਸੀਂ ਗਾਉਂਦੇ ਆ ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ, ਇਹ ਉਹੀ ਨੋਟਸ ਨੇ ਲੇਕਿਨ 6 ਮਾਤਰੇ ਤੇ ਯਾਨੀ ਕਿ ਦਾਦਰਾ। आओ मुंडियो सुनो मैं सुनावा, खौफ रब दा तुहानू सिखावां। आओ मुंडियो सुनो मैं सुनावां, खौफ रब दा तुहानू सिखावां। ओ है केड़ा जो चाहंदा है, ओ है केड़ा जो
ਚਾਹੁੰਦਾ ਹੈ ਮੇਰੀ ਹੋਵੇ ਵੱਡੀ ਉਮਰ ਤੇ ਚੰਗੇਰੀ ਉਹ ਹੈ ਕਿਹੜਾ ਜੋ ਚਾਹੁੰਦਾ ਹੈ ਮੇਰੀ ਹੋਵੇ ਵੱਡੀ ਉਮਰ ਤੇ ਚੰਗੇਰੀ ਆਓ ਮੁੰਡਿਓ ਸੁਣੋ ਮੈਂ ਸੁਣਾ ਖੌਫ ਰੱਬ ਦਾ ਤੁਹਾਨੂੰ ਸਿਖਾਵਾਂ। ਥੈਂਕ ਯੂ ਜੀ, ਕਿਹੜੀ ਖੂਬਸੂਰਤ ਧੁਨ ਹੈ। ਔਰ 11ਵੀਂ ਆਇਤ ਇੱਥੇ ਤੇ ਵੇਖੋਗੇ ਕਿ ਇੱਥੇ ਵਿਜ਼ਡਮ ਲਿਟਰੇਚਰ ਨਾਲ ਸ਼ਾਮਲ ਹੋ ਗਿਆ, हिकमत और दनाई खुदा का खौफ ਜਿਹੜਾ ਵੇ ਇਹ ਪਾਠ ਦਾ ਸਾਨੂੰ ਉਹ ਦੱਸਦਾ ਵੇ। ਸੋ ਖੁਦਾਵੰਦ ਕੀ ਨਿਗਾਹ ਸਾਦकों पर है। ਇੱਥੇ ਹੁਣ ਸ਼ੁਰੂ ਹੋ ਗਿਆ ਜਨਾਬ ਜਿਹੜਾ ਸਟਰਕਚਰ ਹੈ ਉਹ ਸ਼ੁਰੂ ਹੋ ਗਿਆ ਵੇ ਕੰਟਰਾਸਟ ਸ਼ੁਰੂ ਹੋ ਗਈ, ਸਾਦਕ ਸ਼ਰੀਰ ਦਾ ਕੰਟਰਾਸਟ ਸ਼ੁਰੂ ਹੋ ਗਿਆ ਵੇ। ਠੀਕ ਹੈ ਚੌਹਾਨ ਸਾਹਿਬ ਜ਼ਰਾ ਆਖਰੀ ਪਾਰਟ ਗਾਇਓ ਔਰ ਫਿਰ ਅਸੀਂ ਜਿਹੜਾ ਮੈਂ ਆਖਰੀ ਪ੍ਰੋਮਿਸ ਜਿਹੜਾ ਵੇ ਉਹ ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗਾ। 22 ਆਇਤ ਅੰਕਲ ਜੋਸ਼ਵਾ ਤੁਸੀਂ ਅਗਰ ਖੋਲ ਲਵੋ ਰੋਮੀਓ 8ਵਾਂ ਬਾਬ ਤੇ 33 ਆਇਤ। आखिरी पार्ट जेड़ा के चौथा हिस्सा है। हाँ जी। खुदावन सच्चे लोकां ते आप नजर करदा है खुदावन सच्चे लोकां ते आप नजर करदा है फरियादां ते उन्हां दी ਕੰਨ ਆਪ ਧਰਦਾ ਹੈ ਖੁਦਾਵੰਦ ਸੱਚਿਆਂ ਲੋਕਾਂ ਤੇ ਆਪ ਨਜ਼ਰ ਕਰਦਾ ਹੈ ਬਦਕਾਰਾਂ ਉੱਤੇ ਗੁੱਸੇ ਹੈ ਚਿਹਰਾ ਖੁਦਾਵੰਦ ਦਾ ਬਦਕਾਰਾਂ ਉੱਤੇ ਗੁੱਸੇ ਹੈ ਚਿਹਰਾ ਖੁਦਾਵੰਦ ਦਾ ਇਸ ਧਰਤੀ ਉੱਤੋਂ ਉਹਨਾਂ ਦੀ ਬੁਨਿਆਦ ਉਹ ਮਿਟਾਵੇਗਾ ਖੁਦਾਵੰਦ ਸੱਚਿਆਂ ਲੋਕਾਂ ਤੇ ਆਪ ਨਜ਼ਰ ਕਰਦਾ ਹੈ। ਆਮੀਨ। ਵੰਡਰਫੁਲ ਜੀ। ਸੋ ਵੇਖਿਆ ਜੀ ਆਖਰੀ ਜਿਹੜਾ ਪਾਰਟ ਹੈ ਜਿਹੜਾ ਜ਼ਬੂਰ ਦਾ ਵੇ ਜਿਹੜਾ ਕਿ 15ਵੀਂ ਆਇਤ ਤੋਂ ਲੈ ਕੇ 22 ਆਇਤ ਤੱਕ ਜਾਂਦਾ ਵੇ ਇਹਦੇ ਵਿੱਚ ਖੁਦਾਵੰਦ ਕੀ ਨਿਗਾਹ ਸਾਦकों पर है पर शरीर ऐसे नहीं है। ਕੰਟਰਾਸਟ ਤੋਂ ਨਜ਼ਰ ਆ ਰਿਹਾ ਕਨਸੈਪਟ ਔਰ ਆਖਰੀ ਪ੍ਰੋਮਿਸ ਜਿਹੜਾ ਵੇ ਐਸੇ ਪ੍ਰੋਮਿਸ ਨੂੰ ਇਹ ਜ਼ਬੂਰ ਦੀ ਆਇਤ ਨੂੰ ਪੌਲੁਸ ਰਸੂਲ ਨੇ ਡਾਇਰੈਕਟ ਕੋਟ ਕੀਤਾ ਵੇ। रोमियो कितना बाब है? 8 ਬਾਬ 33 ਆਇਤ। ਠੀਕ ਹੈ ਲੇਕਿਨ 22 ਜ਼ਬੂਰ ਕਿਹੜੀ ਆਇਤ ਜਿਹੜੀ ਪੌਲੁਸ ਰਸੂਲ ਨੇ ਕੋਟ ਕੀਤੀ ਹੈ ਪੜਨ ਲੱਗਾ ਮੈਂ ਤੁਹਾਡੇ ਸਾਹਮਣੇ ਐਸੇ ਜ਼ਬੂਰ ਦੀ 22 ਆਇਤ ਜਿਹੜੀ ਹੈ 34 ਜ਼ਬੂਰ ਦੀ 22 आयत के लिखा है खुदावंद अपने बंदों की जान का फिदिया देता है। सबस्टिट्यूट पेश करता है ਜਿਹੜਾ ਕਨਸੈਪਟ ਪੌਲੁਸ ਰਸੂਲ ਨੇ ਅਡਾਪਟ ਕੀਤਾ ਵੇ ਕਿ ਯਿਸੂ ਮਸੀਹ ਸਾਡੇ ਲਈ ਫਿਦਾ ਹੋਇਆ ਵੇ ਉਹਨੇ ਸਾਡੇ ਵਾਸਤੇ ਆਪਣੀ ਜਾਨ ਦੇ ਦਿੱਤੀ ਹੈ। ਠੀਕ ਹੈ ਇਹ ਕਨਸੈਪਟ नवा नहीं है, इट्स फ्रॉम साम 34। ठीक है ज़बूर 34 आयत खुदावंद अपने बंदों की जान का क्या देता है फिदिया देता है और जो उस पर तवक्कुल करते हैं उनमें से कोई मुजरिम ना ठहरेगा। पौलुस रसूल ने की बयान किया जितने मसीह यस्सु में हैं उन पर सजा का हुक्म नहीं है। ऐसे कॉन्सेप्ट ਨੂੰ ਵੇਖੋ ਰੋਮੀਓ ਦੇ ਖਾਤੇ 'ਚ ਕਿਵੇਂ ਪੇਸ਼ ਕਰਦੇ ਨੇ ਪੌਲੁਸ ਰਸੂਲ ਜੀ। ਅੰਕਲ ਜੀ ਰੋਮੀਓ 8 ਬਾਬ ਉਹਦੀ 33 ਆਇਤ ਪਰਮੇਸ਼ਵਰ ਦੇ ਚੁਣਿਆ ਹੋਇਆਂ ਦੇ ਉੱਤੇ ਕੌਣ ਦਾਵਾ ਕਰੇਗਾ? ਪਰਮੇਸ਼ਵਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ। ਹਾਂਜੀ 34 ਆਇਤ ਪੜ੍ਹ ਦਿਓ। ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ, ਹਾਂ ਸਗੋਂ ਮੁਰਦਿਆਂ ਵਿੱਚੋਂ ਜਵਾਲਿਆ ਗਿਆ, ਜਿਹੜਾ ਪਰਮੇਸ਼ਵਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫਾਰਿਸ਼ ਵੀ ਕਰਦਾ ਹੈ। Here you go। खुदावंद अपने बंदों की जान का ना सिर्फ फिदिया देता वे और खुदावंद कौन है? दैट्स जीसस क्राइस्ट हिमसेल्फ जिन्हें अपनी जान का फिदिया दिता और कोई मुजरिम नहीं ठहराएगा। सो दाऊद जड़ा वे इत्थे प्रोफेटिक वे दे नाल खुदावंद यीशु मसीह दे सलीबी कफारे और उहदी निजात नूं और ਜਿਹੜੇ ईमान ਲਿਆਉਣਗੇ ਉਹਨਾਂ ਦੀ ਮਿਰਾਸ ਨੂੰ ਪੇਸ਼ ਕਰਦਾ ਵੇ। खुदावंद ਸਾਨੂੰ ਸਾਰਿਆਂ ਨੂੰ दाऊद दे इस ज़बूर ਨੂੰ और इस प्रेज ਨੂੰ और इस हिकमत और दनाई ਨੂੰ और यीशु मसीह ਦੇ ਕਫਾਰੇ ਨੂੰ ਕਬੂਲ ਕਰਨ ਦਾ ਫਜ਼ਲ ਬਖਸ਼ੇ। ਆਮੀਨ ਆਮੀਨ। ਥੈਂਕ ਯੂ ਭਾਈ ਸਾਹਿਬ ਜੀ ਇਹਨਾਂ ਸੋਹਣਾ ਵਚਨ ਦੇਣ ਲਈ ਸਾਨੂੰ ਇਸ ਜ਼ਬੂਰ ਦੇ ਉੱਤੇ। ਤੇ ਮੈਂ ਹੁਣ ਰਿਕੁਐਸਟ ਕਰੂੰਗੀ ਜੋਸ਼ੂਆ ਜੀ ਨੂੰ ਕਿ ਉਹ ਸਾਨੂੰ ਇਸ ਤੇ ਰਿਫਲੈਕਸ਼ਨ ਦੇਣ। ਮੈਂ ਜ਼ਿਆਦਾ ਤੇ ਨਹੀਂ ਇਹਨਾਂ ਲਿਖਿਆ ਪਰ ਜਿੰਨਾ ਵੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ God promises great blessing to his people, but many of these blessings require our active participation. God pays attention to those who call on him. Whether God offers escape from trouble or help in times of trouble, we can be certain that he always hears
and acts on behalf of those who love him. ਉਹਦੀ 18ਵੀਂ ਤੇ 19ਵੀਂ ਆਇਤ ਨੂੰ ਮੈਂ ਲਿਖਿਆ, we often wish we could escape troubles, the pain of grief, loss, sorrow, and failure, or even the small daily frustration that constantly wear us down. God promises to be close to the broken-hearted, to be our source of power, courage, and wisdom, helping us through our problems. Sometimes he chooses to relieve us from those problems. When trouble strikes, don't get frustrated with God. Instead, admit that you need God's help and thanks him for being by your side. That's it. Thank you, Joshua ji, sanu ਇਸ ਤੇ ਰਿਫਲੈਕਸ਼ਨ ਦੇਣ ਲਈ। ਹਾਂ, ਮੈਂ ਰਿਕੁਐਸਟ ਕਰੂੰਗੀ ਜੋਤੀ ਜੀ ਨੇ ਕਿ ਉਹ ਸਾਨੂੰ ਇਸ ਤੇ ਰਿਫਲੈਕਸ਼ਨ ਦੇਣ। ਪਰ ਸਾਰਿਆਂ ਨੂੰ ਜੈਮਸੀ ਦੀ ਆਲਰੇਡੀ ਅਸੀਂ ਬਹੁਤ ਕੁਝ ਇਹਦੇ ਵਿੱਚੋਂ ਪਾਸਟਰ ਜੀ ਕੋਲ ਸੁਣ ਲਿਆ ਹੈ। ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਆਮ ਗੱਲਾਂ ਹਨ, ਇਹ ਜਿਹੜੀਆਂ ਰੋਜ਼ ਅਸੀਂ ਕਰਦੇ ਵੀ ਹਾਂ ਕਿ ਵਾਕਈ ਹੀ ਪ੍ਰਭੂ ਨੂੰ ਜਦੋਂ ਅਸੀਂ ਚੱਕ ਕੇ ਦੇਖਦੇ ਹਾਂ, ਜਿਸ ਤਰ੍ਹਾਂ ਇਸਦੀ 8ਵੀਂ 9ਵੀਂ ਆਇਤ ਵਿੱਚ ਲਿਖਿਆ ਹੈ ਕਿ ਚੱਕ ਕੇ ਦੇਖੋ ਕਿ ਪ੍ਰਭੂ ਕਿੰਨਾ ਭਲਾ ਹੈ, ਧੰਨ ਹੈ ਉਹ ਮਨੁੱਖ ਜੋ ਪ੍ਰਭੂ ਦੀ ਸ਼ਰਨ ਲੈਂਦਾ ਹੈ। ਵਾਕਈ ਖੁਦਾ ਨੂੰ ਜਦੋਂ ਅਸੀਂ ਆਪਣੇ ਦਿਲ ਦੇ ਵਿੱਚ ਵਸਾਉਂਦੇ ਹਾਂ ਕਿ ਸਾਨੂੰ ਇੱਕ ਉਹ ਪ੍ਰਭੂ ਦਾ ਵਚਨ ਜੋ ਅਸੀਂ ਸੁਣਦੇ ਹਾਂ ਔਰ ਜਿਸ ਦੇ ਵੱਲ ਅਸੀਂ ਚੱਲਦੇ ਵੀ ਹਾਂ, ਚੱਕਣਾ ਇਕੱਲਾ ਉਹ ਨਹੀਂ ਕਿ ਅਸੀਂ ਸੁਣਦੇ ਹਾਂ ਔਰ ਅਸੀਂ ਉਸਨੂੰ ਸੁਣ ਕੇ ਹੀ ਆਪਣੇ ਕੋਲ ਰੱਖਦੇ ਹਾਂ, ਬਲਕਿ ਉਸਨੂੰ ਕਿ ਜਿਸ ਦੇ ਉੱਤੇ ਅਸੀਂ ਮੰਨਦੇ ਹਾਂ ਉਸ ਦੇ ਉੱਤੇ ਚੱਲਦੇ ਹਾਂ, ਉਹ ਚੱਕਣਾ ਹੈ ਕਿ ਪ੍ਰਭੂ ਦੇ ਸਾਡਾ ਮਨ ਵੀ ਪ੍ਰਭੂ ਨੂੰ ਚੱਕਦਾ ਹੈ ਕਿ ਪ੍ਰਭੂ ਕਿੰਨਾ ਭਲਾ ਹੈ। ਬਾਕੀ ਖੁਦਾਵੰਦ ਜਦੋਂ ਅਸੀਂ ਇਸਨੂੰ ਮੰਨਦੇ ਹਾਂ, ਉਸ ਦੇ ਉੱਤੇ ਚੱਲਦੇ ਹਾਂ, ਉਹ ਸਾਡੀ ਹਰ ਇੱਕ ਗੱਲ ਦੇ ਉੱਤੇ ਸਾਡੀ ਹਰ ਇੱਕ ਪ੍ਰਾਰਥਨਾ ਦਾ ਜਵਾਬ ਦਿੰਦਾ ਹੈ। ਔਰ ਚਾਹੇ ਅਸੀਂ ਕਿਸੇ ਵੀ ਮੁਸੀਬਤ ਵਿੱਚ ਵੀ ਨਾ ਕਿਉਂ ਨਾ ਹੋਈਏ, ਬਾਕੀ ਜਦੋਂ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ, ਪ੍ਰਭੂ ਸਾਨੂੰ ਸਾਰੀਆਂ ਮੁਸੀਬਤਾਂ ਤੋਂ ਬਚਾ ਕੇ ਰੱਖਦਾ ਹੈ। ਜਿਸ ਤਰ੍ਹਾਂ ਇਸਦੀ 19 ਆਇਤ ਵਿੱਚ ਲਿਖਿਆ ਹੈ ਕਿ ਭਲੇ ਮਨੁੱਖ ਤੇ ਕਈ ਤਰ੍ਹਾਂ ਦੀਆਂ ਬਿਪਤਾਵਾਂ ਨੇ। ਭਲਾ ਮਨੁੱਖ ਮੀਨਸ ਕਿ ਜੋ ਖੁਦਾਵੰਦ ਦੇ ਰਸਤਿਆਂ ਤੇ ਚੱਲਦਾ ਹੈ। ਜ਼ਰੂਰੀ ਨਹੀਂ ਹੈ ਕਿ ਜੋ ਪ੍ਰਭੂ ਨੂੰ ਮੰਨਦੇ ਹਨ ਉਹਨਾਂ ਦੇ ਉੱਤੇ ਬਿਪਤਾਵਾਂ ਨਹੀਂ ਹੈ, ਲੇਕਿਨ ਪ੍ਰਭੂ ਦੇ ਵਚਨ ਵਿੱਚ ਇਹ ਲਿਖਿਆ ਹੈ ਕਿ ਜਦੋਂ ਚੰਗੇ ਮਨੁੱਖ ਦੇ ਉੱਤੇ ਵੀ ਬਿਪਤਾਵਾਂ ਆਉਂਦੀਆਂ ਹਨ, ਪਰ ਲੇਕਿਨ ਖੁਦਾਵੰਦ ਹਮੇਸ਼ਾ ਉਹਨਾਂ ਨੂੰ ਆਪਣੇ ਉਹਨਾਂ ਦੁੱਖਾਂ ਤੋਂ ਆਪਣੇ ਵਚਨ ਦੇ ਨਾਲ, ਆਪਣੇ ਕੰਮਾਂ ਦੇ ਨਾਲ, ਆਪਣੀ ਜਦੋਂ ਅਸੀਂ ਖੁਦਾ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ, ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਦੇਣ ਦੇ ਨਾਲ ਪ੍ਰਭੂ ਸਾਨੂੰ ਹਮੇਸ਼ਾ ਹਰ ਇੱਕ ਬੁਰਾਈ ਦੇ ਵਿੱਚੋਂ ਕੱਢਦਾ ਹੈ ਔਰ ਹਰ ਇੱਕ ਬਿਪਤਾ ਦੇ ਵਿੱਚੋਂ ਕੱਢਦਾ ਹੈ ਸਾਨੂੰ, ਹਰ ਇੱਕ ਮੁਸੀਬਤ। ਜਿਸ ਤਰ੍ਹਾਂ ਹੁਣ ਕਿ ਕੋਵਿਡ ਚੱਲ ਰਿਹਾ ਹੈ ਔਰ ਅਸੀਂ ਖੁਦਾ ਦਾ ਸ਼ੁਕਰ ਕਰਦੇ ਹਾਂ ਕਿ ਇਸ ਵਕਤ ਉਹ ਜੋ ਜ਼ਰੀਆ ਸਾਡਾ ਆਨਲਾਈਨ ਤੇ ਬਣਿਆ ਕਿ ਵਾਕਈ ਜਿਸ ਤਰ੍ਹਾਂ ਇਸ ਤੀਸਰੇ ਆਇਤ ਵਿੱਚ ਲਿਖਿਆ ਕਿ ਪ੍ਰਭੂ ਦੇ ਨਾਲ ਮਿਲ ਕੇ ਪ੍ਰਭੂ ਮੇਰੇ ਨਾਲ ਮਿਲ ਕੇ ਪ੍ਰਭੂ ਦੀ ਉਸਤਤ ਕਰਨਾ, ਕਿ ਖੁਦਾ ਦੇ ਲੋਕਾਂ ਦੇ ਨਾਲ ਮਿਲ ਕੇ ਅਸੀਂ ਪ੍ਰਭੂ ਦੀ ਉਸਤਤ ਜਦੋਂ ਕਰਦੇ ਹਾਂ, ਵਡਿਆਈ ਕਰਦੇ ਹਾਂ। ਇੰਨਾ ਸਾਨੂੰ ਨਹੀਂ ਸੀ ਪਤਾ, ਲੇਕਿਨ ਜਦੋਂ ਤੋਂ ਅਸੀਂ ਜ਼ਬੂਰ ਜ਼ੋਨ ਵੀ ਸ਼ੁਰੂ ਕੀਤਾ ਕਿ ਖੁਦਾ ਨੇ ਸਾਨੂੰ ਬਹੁਤ ਕੁਝ ਸਿੱਖਣ ਲਈ ਸਾਨੂੰ ਪਾਸਟਰ ਜੀ ਕੋਲੋਂ ਵੀ ਪ੍ਰਭੂ ਦੇ ਵਚਨ ਦੇ ਵਿੱਚੋਂ ਵੀ ਮਿਲਿਆ ਹੈ ਤੇ ਬੜਾ ਪਾਵਰਫੁਲ ਜ਼ਬੂਰ ਹੈ। ਮੈਂ ਜਦੋਂ ਪਾਸਟਰ ਜੀ ਦੱਸ ਰਹੀ ਸੀ ਮੈਂ ਨਾਲ ਇੱਕ ਵਾਰ ਫਿਰ ਦੁਬਾਰਾ ਉਸਨੂੰ ਪੜ੍ਹਿਆ, ਉਹਨਾਂ ਦੀਆਂ ਸਾਰੀਆਂ ਆਇਤਾਂ ਨੂੰ, ਪਰ ਇਹ ਸਾਰੀਆਂ ਆਇਤਾਂ ਸਾਡੀ ਜ਼ਿੰਦਗੀ ਤੇ ਨਾਲ ਵੀ ਰਿਲੇਟਡ ਹਨ ਕਿ ਖੁਦਾਵੰਦ ਸਾਡੀਆਂ ਜ਼ਿੰਦਗੀਆਂ 'ਚ ਕਿਸ ਤਰ੍ਹਾਂ ਕੰਮ ਕਰਦਾ ਹੈ। ਹਾਂਜੀ, ਥੈਂਕ ਯੂ ਸਿਸਟਰ ਜੀ ਸਾਨੂੰ ਇਸ ਰਿਫਲੈਕਸ਼ਨ ਦੇਣ ਲਈ। ਤਾਂ ਮੈਂ ਰਿਕੁਐਸਟ ਕਰਾਂਗੀ ਕਾਸ਼ਿਫ ਜੀ ਨੂੰ ਕਿ ਉਹ ਸਾਨੂੰ ਇਸ ਤੇ ਰਿਫਲੈਕਸ਼ਨ ਦੇਣ। मेरे पास रिफ्लेक्शन बड़ा अच्छा दिता है सारे ने। मैं जिहड़ा मेरा कंट्रीब्यूशन जिहड़ा है वो गीतां दे सूरत च है जिहड़ा मैं शेयर कीता। सो मैं उम्मीद करना कि तुहां जिहड़ियां मैं गा के सुनाइयां वो तुसी अपने डेली प्रैक्टिस च गीतां दे अंदर शामिल करोगे ते बाकी होर मेरे कोल कोई इहदे बारे च ज़्यादा नहीं। थैंक यू ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਇਸ ਤੇ ਰਿਫਲੈਕਸ਼ਨ ਦੇਣ ਦੇ ਲਈ ਤੇ ਸਾਨੂੰ ਇਸ ਤੇ ਉੱਤੇ ਵਚਨ ਸਾਨੂੰ ਦੇਣ ਦੇ ਲਈ। ਪਾਸਟਰ ਜੀ ਤੁਹਾਡਾ ਧੰਨਵਾਦ ਹੈ। ਤੇ ਜਦ ਭਾਈ ਸਾਹਿਬ ਕਹਿ ਰਹੇ ਸੀਗੇ ਕਿ ਉਹ ਦਾਊਦ ਜਦੋਂ ਉਹ ਜਾਤੀ ਉਹਦੀ ਜੂਲੀਅਤ ਦੀ ਉਹਦੇ ਲੋਕਾਂ ਵਿੱਚ ਚਲਾ ਗਿਆ, ਮੈਂ ਹੱਸ ਰਹੀ ਸੀ ਕਿ ਉਹ ਉਹਦੀ ਤਲਵਾਰ ਲੈ ਕੇ ਹੀ ਚਲਾ ਗਿਆ, ਉਹਦੀ ਤਲਵਾਰ ਹੀ ਸੀ, ਉਹੀ ਲੈ ਕੇ ਚਲਾ ਗਿਆ। ਸੋ ਪਰ ਜਦੋਂ ਅਸੀਂ ਆਪਣਾ ਫੋਕਸ, ਅਸੀਂ ਆਪਣਾ ਧਿਆਨ ਪਰਮੇਸ਼ਵਰ ਤੇ ਕਰਦੇ ਹਾਂ, ਉਹ ਸਾਨੂੰ ਚੈਨ, ਉਮੀਦ ਤੇ ਆਰਾਮ ਬਖਸ਼ਦਾ ਆ ਤੇ ਉਹ ਸਾਨੂੰ ਸਾਡਾ ਪ੍ਰੋਟੈਕਟਰ ਵੀ ਬਣਦਾ ਹੈ, ਸਾਨੂੰ ਸਾਡਾ ਰਕਸ਼ਕ ਵੀ ਬਣਦਾ ਹੈ, ਸਾਨੂੰ ਹਰ ਇੱਕ ਬੁਰੀ ਬਿਮਾਰੀ ਬਿਪਤਾ ਤੋਂ ਬਚਾ ਕੇ ਰੱਖਦਾ ਆ। ਸੋ ਇਹਦੇ ਨਾਲ ਅਸੀਂ ਇਸ ਅੱਜ ਦੇ ਜ਼ਬੂਰ ਜ਼ੋਨ ਨੂੰ ਖਤਮ ਕਰਾਂਗੇ ਤਾਂ ਅਗਲੇ ਹਫਤੇ ਇਸੇ ਸਮੇਂ ਇਸੇ ਵਕਤ ਅਸੀਂ ਅਗਲੇ ਜ਼ਬੂਰ ਨੂੰ ਲੈ ਕੇ ਆਵਾਂਗੇ ਜੋ ਕਿ ਜ਼ਬੂਰ 35 ਹੈ। ਸੋ ਅਸੀਂ ਤੁਹਾਨੂੰ ਨੈਕਸਟ ਵੀਕ ਇਸੇ ਸਮੇਂ ਮਿਲਾਂਗੇ।
ਸੋ ਸਾਰਿਆਂ ਨੂੰ ਜੈ ਮਸੀਹ ਕੀ ਜੈ ਮਸੀਹ। ਜੈ ਮਸੀਹ।